ਹਾਲੇਲੂਇਆ। ਸਾਰਿਆਂ ਨੂੰ ਜੈ ਮਸੀਹ ਦੀ। ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਅੱਜ ਦੇ ਚੰਗੇ ਦਿਨ ਦੇ ਲਈ, ਅੱਜ ਦੇ ਸਮੇਂ ਲਈ। ਪੂਰਾ ਹਫਤਾ ਪਰਮੇਸ਼ਰ ਨੇ ਸਾਨੂੰ ਸੰਭਾਲ ਕੇ ਰੱਖਿਆ। ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ। ਹਾਲੇਲੂਇਆ। ਆਓ ਅਸੀਂ ਇੱਕ ਛੋਟੀ ਜਿਹੀ ਪ੍ਰਾਰਥਨਾ ਕਰਦੇ ਹਾਂ ਤੇ ਆਪਣੀਆਂ ਅੱਖਾਂ ਨੂੰ ਬੰਦ ਕਰਾਂਗੇ ਤੇ ਪਰਮੇਸ਼ਰ ਦੇ ਅੱਗੇ ਦੁਆ ਕਰਾਂਗੇ ਜੋ ਅੱਜ ਦਾ ਦਿਨ ਉਸਨੇ ਸਾਡੀ ਜ਼ਿੰਦਗੀਆਂ ਦੇ ਵਿੱਚ ਦਿੱਤਾ। ਪਿਤਾ ਪਰਮੇਸ਼ਰ, ਸਰਵ ਸ਼ਕਤੀਮਾਨ ਪਿਤਾ ਪਰਮੇਸ਼ਰ, ਪੂਰੀ ਸ੍ਰਿਸ਼ਟੀ ਨੂੰ ਰਚਣ ਵਾਲੇ ਖੁਦਾ, ਤੇਰੇ ਪੁੱਤਰ ਯਸੂ ਨਾਸਰੀ ਦੇ ਨਾਂ ਦੇ ਵਿੱਚ ਅਸੀਂ ਪ੍ਰਾਰਥਨਾ ਕਰਦੇ ਹਾਂ ਮੇਰੇ ਮਹਾਨ ਪਿਤਾ ਪਰਮੇਸ਼ਰ। ਤੇਰਾ ਸ਼ੁਕਰ ਕਰਦੇ ਹਾਂ ਮੇਰੇ ਪਿਤਾ ਪਰਮੇਸ਼ਰ ਅੱਜ ਦੇ ਸਾਹਾਂ ਦੇ ਲਈ। ਮੇਰੇ ਪਿਤਾ ਪਰਮੇਸ਼ਰ ਇਸ ਪੂਰੇ ਹਫਤੇ ਦੇ ਵਿੱਚ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਪਿਤਾ ਪਰਮੇਸ਼ਰ। ਖੁਦਾ ਅੱਜ ਦਾ ਜੋ ਵਚਨ ਹੋਵੇ ਪਿਤਾ ਪਰਮੇਸ਼ਰ, ਉਹ ਖੁਦਾਵੰਦ ਖੁਦਾ ਉਸ ਦੀ ਪਿਤਾ ਪਰਮੇਸ਼ਰ ਖੁਦਾਵੰਦ ਖੁਦਾ ਵਚਨ ਉੱਤੇ ਪਿਤਾ ਪਰਮੇਸ਼ਰ ਉਸ ਨੂੰ ਸਮਝ ਸਕੀਏ ਤੇ ਉਹ ਵਚਨ ਸਾਡੀ ਜ਼ਿੰਦਗੀਆਂ ਦੇ ਵਿੱਚ ਫਲ ਲੈ ਕੇ ਆਏ ਮੇਰੇ ਪਿਤਾ ਪਰਮੇਸ਼ਰ। ਤੇ ਖੁਦਾਵੰਦ ਖੁਦਾ ਜੋ ਅੱਜ ਦਾ ਤੂੰ ਵਿਸ਼ਾ ਦਿੱਤਾ ਹੈ ਮੇਰੇ ਪਿਤਾ ਪਰਮੇਸ਼ਰ, ਇਹ ਪਿਤਾ ਪਰਮੇਸ਼ਰ ਇਹ ਟੌਪਿਕ, ਇਹ ਪਿਤਾ ਪਰਮੇਸ਼ਰ ਅੱਜ ਦਾ ਵਚਨ ਸਾਡੀ ਜ਼ਿੰਦਗੀਆਂ ਦੇ ਵਿੱਚ, ਸੁਣਨ ਵਾਲਿਆਂ ਦੀ ਜ਼ਿੰਦਗੀ ਦੇ ਵਿੱਚ ਕਾਰਿਆ ਕਰੇ। ਪ੍ਰਭੂ ਯਸੂ ਮਸੀਹ ਦੇ ਨਾਂ 'ਚ ਮੰਗਦੇ ਹਾਂ, ਆਮੀਨ ਆਮੀਨ। ਹਾਲੇਲੂਇਆ। ਸਾਰਿਆਂ ਨੂੰ ਜੈ ਮਸੀਹ ਦੀ। ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ। ਪਰਮੇਸ਼ਰ ਅੱਜ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਦੇਖਾਂਗੇ ਕਿ ਜਿਹੜਾ ਸਾਡਾ ਯੁੱਧ ਹੈ, ਆਤਮਿਕ ਯੁੱਧ ਹੈ। ਅਸੀਂ ਜਾਣਦੇ ਹਾਂ ਕਿ ਸਾਡਾ ਜਿਹੜਾ ਯੁੱਧ ਹੈ, ਪਰਮੇਸ਼ਰ ਦਾ ਵਚਨ ਕਹਿੰਦਾ ਹੈ ਸਾਡਾ ਯੁੱਧ ਜਿਹੜਾ ਆ ਉਹ ਲਹੂ ਤੇ ਮਾਸ ਦੇ ਨਾਲ ਨਹੀਂ ਬਲਕਿ ਅੰਧਕਾਰ ਦੀਆਂ ਸ਼ਕਤੀਆਂ ਦੇ ਨਾਲ ਹੈ। ਬਲਕਿ ਕਹਿਣ ਦਾ ਮਤਲਬ ਕਿ ਸ਼ੈਤਾਨ ਦੇ ਨਾਲ ਸਾਡਾ ਯੁੱਧ ਹੈ ਨਾ, ਕਿਉਂਕਿ ਜਿਹੜਾ ਸਾਡਾ ਯੁੱਧ ਹੈ ਸ਼ੈਤਾਨ ਦੇ ਨਾਲ ਯੁੱਧ ਹੈ। ਤੇ ਸ਼ੈਤਾਨ ਇਸ ਗੱਲ ਨੂੰ ਜਾਣਦਾ ਕਿ ਜਦੋਂ ਅਸੀਂ ਮਸੀਹ ਦੇ ਵਿੱਚ ਆ ਜਾਂਦੇ ਹਾਂ ਤੇ ਉਹ ਜਿਹੜਾ ਸ਼ੈਤਾਨ ਸਾਡਾ ਵਿਰੋਧੀ ਹੈ ਉਹ ਸਾਨੂੰ ਨਾਸ਼ ਦੇ ਵੱਲ ਲੈ ਕੇ ਜਾਣ ਦੀ ਕੋਸ਼ਿਸ਼ ਕਰਦਾ, ਸਾਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦਾ ਆ, ਸਾਨੂੰ ਡਿਸਟਰੋਏ ਕਰਨ ਦੀ ਕੋਸ਼ਿਸ਼ ਕਰਦਾ ਕਿ ਅਸੀਂ ਪਰਮੇਸ਼ਰ ਦੇ ਵਿੱਚ ਵੱਧ ਨਾ ਸਕੀਏ। ਤੇ ਸ਼ੈਤਾਨ ਕੀ ਕਰੇਗਾ ਕਿ ਉਹ ਸਾਡੇ ਜੀਵਨ ਦੇ ਵਿੱਚ ਕਾਰਿਆ ਕਰੇ ਕਿ ਅਸੀਂ ਬੁਰੇ ਮਾਰਗਾਂ ਉੱਤੇ ਚੱਲੀਏ, ਕਿ ਸਾਡਾ ਜਿਹੜਾ ਜੀਵਨ ਹੈ ਉਹ ਬਰਬਾਦ ਹੋਵੇ, ਜਿਹੜੀ ਸਾਡੀ ਲਾਈਫ ਹੈ ਬਰਬਾਦ ਹੋਵੇ, ਤੇ ਸਾਡੇ ਰਿਸ਼ਤੇ ਟੁੱਟ ਜਾਣ, ਸਾਡੀਆਂ ਕਲੀਸਿਆਵਾਂ ਟੁੱਟ ਜਾਣ, ਜਾਂ ਸਾਡੇ ਅੱਛੇ ਲੋਕਾਂ ਨਾਲ ਸੰਬੰਧ ਆ ਟੁੱਟ ਜਾਣ। ਕੀ ਕਰਦਾ ਆ ਸ਼ੈਤਾਨ? ਉਹ ਕੀ ਕਰੇਗਾ? ਬਾਈਬਲ ਕਹਿੰਦੀ ਹੈ ਕਿ ਜਿਹੜਾ ਸ਼ੈਤਾਨ ਹੈ ਉਹ, ਜਿਸ ਤਰ੍ਹਾਂ ਅਸੀਂ ਅਯੂਬ ਦੇ ਬਾਰੇ ਵੀ ਦੇਖਦੇ ਹਾਂ, ਅਯੂਬ ਵੀ ਕਿਹੜੀਆਂ ਗੱਲਾਂ ਤੋਂ ਡਰਦਾ ਸੀਗਾ। ਜੋ ਬਾਈਬਲ ਕਹਿੰਦੀ ਜਿਸ ਚੀਜ਼ ਤੋਂ ਅਯੂਬ ਡਰਦਾ ਸੀਗਾ, ਅਯੂਬ ਕਹਿੰਦਾ ਆ ਕਿ ਮੇਰੇ ਨਾਲ ਉਹੀ ਹੋ ਜਾਂਦਾ ਸੀਗਾ। ਤੇ ਜਿਹੜਾ ਡਰ ਹੈ, ਸ਼ੈਤਾਨ ਜਾਣਦਾ ਕਿ ਇੱਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਕਿਹੜਾ ਡਰ ਹੈ। ਉਹ ਅਗਰ ਇੱਕ ਕੋਈ ਇਨਸਾਨ ਡਰਦਾ ਆ, ਕੋਈ ਬਿਮਾਰੀ ਤੋਂ ਡਰਦਾ, ਕੋਈ ਦੁੱਖ ਤੋਂ ਡਰਦਾ, ਕੋਈ ਤਕਲੀਫ ਤੋਂ ਡਰਦਾ, ਸ਼ੈਤਾਨ ਜਿਹੜਾ ਆ ਉਸ ਕਮਜ਼ੋਰੀ ਨੂੰ ਲੈ ਕੇ, ਉਸ ਇਨਸਾਨ ਦੀ ਕਮਜ਼ੋਰੀ ਨੂੰ ਲੈ ਕੇ ਉਸ ਕਮਜ਼ੋਰੀ ਨੂੰ ਇਸਤੇਮਾਲ ਕਰੇਗਾ ਉਸਦੇ ਜੀਵਨ ਬਰਬਾਦ ਕਰਨ ਦੇ ਲਈ। ਹਾਲੇਲੂਇਆ। ਮੰਨ ਲਓ ਕਿਸੇ ਇਨਸਾਨ ਦੇ ਵਿੱਚ ਕੋਈ ਲਾਲਚ ਦੀ ਕਮਜ਼ੋਰੀ ਆ, ਤੇ ਸ਼ੈਤਾਨ ਜਾਣ ਜਾਏਗਾ ਕਿ ਇਹ ਲਾਲਚੀ ਬੰਦਾ ਹੈ, ਇਸ ਦੇ ਅੰਦਰ ਕਮਜ਼ੋਰੀ ਆ ਕਿ ਇਹ ਪੈਸਾ ਇਹਦਾ ਲਾਲਚੀ ਆ। ਤੇ ਸ਼ੈਤਾਨ ਕੀ ਕਰੇਗਾ? ਉਸ ਦੇ ਅੱਗੇ ਇੱਦਾਂ ਦੇ ਆਫਰ ਰੱਖੇਗਾ ਜਿਹੜਾ ਉਸ ਨੂੰ ਪੈਸੇ ਦੇ ਵਿੱਚ, ਬੁਰਾਈ ਦੇ ਵਿੱਚ ਫਸਾ ਦੇਵੇ, ਕਿ ਉਸ ਦਾ ਜਿਹੜਾ ਜੀਵਨ, ਆਤਮਿਕ ਜੀਵਨ, ਸੰਸਾਰਿਕ ਜੀਵਨ ਖਤਮ ਹੋ ਜਾਏ। ਸ਼ੈਤਾਨ ਬੜਾ ਚਲਾਕ ਹੈ। ਉਹ ਸਾਡੀ ਜਿਹੜੀ ਕਮਜ਼ੋਰੀ ਆ, ਅੱਜ ਹਰੇਕ ਇਨਸਾਨ ਦੇ ਅੰਦਰ ਕਮਜ਼ੋਰੀ ਆ, ਹੈ ਨਾ। ਕਿਸੇ ਦੇ ਅੰਦਰ ਗੁੱਸੇ ਦੀ ਕਮਜ਼ੋਰੀ ਹੈ, ਕਿਸੇ ਦੇ ਅੰਦਰ ਝੂਠ ਬੋਲਣ ਦੀ ਕਮਜ਼ੋਰੀ ਹੈ, ਕਿਸੇ ਦੇ ਅੰਦਰ ਲਾਲਚ ਹੈ, ਕਿਸੇ ਦੇ ਅੰਦਰ ਕੁੜਕੜਾਹਟ ਦੀ ਕਮਜ਼ੋਰੀ ਹੈ, ਕਮੀਆਂ ਹਰੇਕ ਇਨਸਾਨ ਦੇ ਅੰਦਰ। ਜਿਹੜਾ ਅੱਜ ਦਾ ਟੌਪਿਕ ਹੈ ਉਹ ਇਹ ਹੈ ਕਿ ਜਿਹੜੀ ਸਾਡੀ ਕਮਜ਼ੋਰੀ ਆ ਉਹ ਸਾਡੀ ਤਾਕਤ ਨੂੰ ਖਤਮ ਕਰ ਦਿੰਦੀ ਹੈ। ਅੱਜ ਦਾ ਜਿਹੜਾ ਵਿਸ਼ਾ ਆ ਕਿ ਜਿਹੜੀ ਸਾਡੀ ਕਮਜ਼ੋਰੀ ਆ ਉਹ ਸਾਡੀ ਤਾਕਤ ਨੂੰ ਖਤਮ ਕਰ ਸਕਦੀ ਆ। ਜਿਹੜਾ ਸ਼ੈਤਾਨ ਹੈ ਉਹ ਸਾਡੀ ਕਮਜ਼ੋਰੀ ਨੂੰ ਫੜਦਾ ਆ, ਸਾਡੀ ਕਮਜ਼ੋਰੀ ਨੂੰ ਫੜ ਕੇ ਕੀ ਕਰੇਗਾ? ਉਹ ਸਾਡੀ ਤਾਕਤ ਨੂੰ ਖਤਮ ਕਰ ਦੇਗਾ। ਅਗਰ ਇੱਕ ਮਸੀਹੀ ਇਨਸਾਨ ਪ੍ਰਾਰਥਨਾ ਦੇ ਵਿੱਚ ਬੜਾ ਮਜ਼ਬੂਤ ਹੈ, ਪਵਿੱਤਰਤਾ ਦੇ ਵਿੱਚ ਚੱਲ ਰਿਹਾ ਆ, ਹਰ ਪਾਸੇ ਬਲੈਸ ਹੈ, ਰੋਗੀ ਠੀਕ ਹੁੰਦੇ ਆ, ਸਾਰੇ ਕੰਮ ਹੋ ਰਿਹਾ, ਪਰਮੇਸ਼ਰ ਉਸ ਤੋਂ ਖੁਸ਼ ਹੈ, ਪਰਮੇਸ਼ਰ ਉਸਦੇ ਸੰਗ ਸੰਗ ਚੱਲਦਾ ਆ, ਅਗਰ ਉਸ ਇਨਸਾਨ ਨੂੰ ਸ਼ੈਤਾਨ ਨੇ ਬਰਬਾਦ ਕਰਨਾ ਹੋਵੇ ਤਾਂ ਕੀ ਕਰੇਗਾ? ਸ਼ੈਤਾਨ ਉਸਦੀ ਜਿਹੜੀ ਤਾਕਤ ਹੈ, ਉਸਦੀ ਪ੍ਰੇਅਰ ਲਾਈਫ ਉੱਤੇ ਅਟੈਕ ਨਹੀਂ ਕਰੇਗਾ। ਜਿਹੜੀ ਉਸਦੇ ਅੰਦਰ ਕਮਜ਼ੋਰੀ ਆ, ਹੋ ਸਕਦਾ ਉਸਦੇ ਅੰਦਰ ਕਮਜ਼ੋਰੀ ਕੋਈ ਵੀ ਹੋ ਸਕਦੀ ਆ, ਕੋਈ ਲਾਲਚ ਦੀ ਕਮਜ਼ੋਰੀ ਹੋ ਸਕਦੀ, ਝੂਠ ਬੋਲਣ ਦੀ ਕਮਜ਼ੋਰੀ ਹੋ ਸਕਦੀ ਆ, ਕੁੜਕੜਾਹਟ ਦੀ ਕਮਜ਼ੋਰੀ ਹੋ ਸਕਦੀ ਹੈ, ਗੁੱਸੇ ਦੀ ਕਮਜ਼ੋਰੀ ਹੋ ਸਕਦੀ ਆ, ਜਾਂ ਹੋਰ ਕੋਈ ਵੀ ਨਸ਼ੇ ਦੀ ਕੋਈ ਕਮਜ਼ੋਰੀ ਹੋ ਸਕਦੀ ਆ, ਹੋ ਸਕਦਾ ਕੋਈ ਵੀ ਕਮੀ ਹੋਵੇ। ਉਹ ਕੀ ਕਰੇਗਾ? ਸ਼ੈਤਾਨ ਉਸਦੀ ਕਮਜ਼ੋਰੀ ਨੂੰ ਲਏਗਾ, ਉਸਦੇ ਅੱਗੇ ਉਸੇ ਕਮਜ਼ੋਰੀ ਨੂੰ ਰੱਖੇਗਾ, ਹੈ ਨਾ। ਤੇ ਇੱਕ ਬਾਈਬਲ ਦੇ ਵਿੱਚੋਂ ਅਸੀਂ ਐਗਜ਼ਾਮਪਲ ਦੇਖਾਂਗੇ ਕਿ ਜਿਹੜਾ ਸ਼ੈਤਾਨ ਹੈ ਉਹ ਕਿੱਦਾਂ ਕੰਮ ਕਰਦਾ, ਕਿ ਸਾਡੇ ਕਿਸ ਤਰ੍ਹਾਂ ਕਮਜ਼ੋਰੀ ਨੂੰ ਫੜਦਾ ਆ। ਹਾਲੇਲੂਇਆ। ਤੇ ਬਾਈਬਲ ਦੇ ਵਿੱਚ ਇੱਕ ਐਗਜ਼ਾਮਪਲ ਲਵਾਂਗੇ। ਅਗਰ ਅਸੀਂ ਨਿਆਂਇਆਂ ਦੀ ਕਿਤਾਬ ਉਸਦਾ 13ਵਾਂ 14ਵਾਂ 15ਵਾਂ ਅਧਿਆਇ ਪੜ੍ਹਦੇ ਹਾਂ, 15ਵਾਂ 16ਵਾਂ ਅਧਿਆਇ ਪੜ੍ਹਦੇ ਹਾਂ, ਉੱਥੇ ਇੱਕ ਸ਼ਮਸ਼ੂਨ ਨਾਮ ਦਾ ਇੱਕ ਇਨਸਾਨ ਸਾਨੂੰ ਮਿਲਦਾ ਆ, ਸ਼ਮਸ਼ੂਨ। ਤੇ ਉਹ ਜਿਹੜਾ ਸ਼ਮਸ਼ੂਨ ਸੀਗਾ
ਤੇ ਜਦੋਂ ਉਸਦਾ ਜਨਮ ਨਹੀਂ ਹੋਇਆ ਸੀਗਾ, ਉਸਦੀ ਮਾਤਾ ਪ੍ਰਾਰਥਨਾ ਕਰ ਰਹੀ ਸੀਗੀ ਪਰਮੇਸ਼ਰ ਦੇ ਅੱਗੇ, ਤੇ ਪ੍ਰਾਰਥਨਾ ਕਰ ਰਹੀ ਸੀ ਕਿ ਪਰਮੇਸ਼ਰ ਮੈਨੂੰ ਇੱਕ ਪੁੱਤਰ ਦੇ। ਤਾਂ ਕੀ ਹੋਇਆ, ਪਰਮੇਸ਼ਰ ਦੇ ਸਵਰਗਦੂਤ ਨੇ ਆ ਕੇ ਉਸ ਉਸਦੀ ਨਾ ਜਿਹੜਾ ਸ਼ਮਸ਼ੂਨ ਸੀਗਾ, ਉਸਦੀ ਮਾਤਾ ਨੂੰ ਦਰਸ਼ਨ ਦਿੱਤਾ। ਸਵਰਗਦੂਤ ਨੇ ਉਸ ਨੂੰ ਕਿਹਾ, ਕਹਿੰਦਾ ਉਸ ਔਰਤ ਨੇ, ਕਹਿੰਦਾ ਤੂੰ ਐ ਕਰ, ਤੂੰ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਚੱਲ, ਤੇ ਪਰਮੇਸ਼ਰ ਨਾ ਤੂੰ ਸ਼ਰਾਬ ਪੀਵੀਂ। ਪਰਮੇਸ਼ਰ ਨੇ ਉਸ ਔਰਤ ਨੂੰ ਕਿਹਾ, ਸ਼ਮਸ਼ੂਨ ਦੀ ਮਾਤਾ ਨੂੰ ਕਿਹਾ ਕਿ ਤੂੰ ਨਾ ਦਖਸਾਰ ਪੀਵੀਂ, ਨਾ ਕੋਈ ਨਸ਼ਾ ਕਰੀ, ਨਾ ਕੋਈ ਇਹੋ ਜਿਹਾ ਵਿਰੁੱਧ ਪਰਮੇਸ਼ਰ ਦੇ ਪਾਪ ਨਾ ਕਰੀ, ਕਿ ਤੈਨੂੰ ਇੱਕ ਮੈਂ ਪੁੱਤਰ ਦਊਂਗਾ। ਸਵਰਗਦੂਤ ਨੇ ਕਿਹਾ ਕਿ ਪਰਮੇਸ਼ਰ ਇੱਕ ਤੈਨੂੰ ਪੁੱਤਰ ਦੇਗਾ, ਤੇ ਕਰਨਾ ਕੀ ਆ, ਜਦੋਂ ਉਹ ਤੇਰੇ ਬਾਲਕ ਪੈਦਾ ਹੋਏਗਾ, ਤੂੰ ਉਸਦੇ ਸਿਰ ਉੱਤੇ ਕਦੇ ਵੀ ਉਸਤਰਾ ਨਾ ਲਾਈ। ਕਹਿਣ ਦਾ ਮਤਲਬ ਉਸਦੇ ਵਾਲ ਕਦੇ ਨਾ ਕਟਵਾਈ, ਤੇ ਉਹ ਨਾਜ਼ੀਰ ਕਹਾਏਗਾ ਪਰਮੇਸ਼ਰ ਦੇ ਵੱਲੋਂ। ਹਾਲੇਲੂਇਆ, ਪਰਮੇਸ਼ਰ ਦੇ ਵੱਲੋਂ ਨਾਜ਼ੀਰ ਕਹਾਏਗਾ। ਸਵਰਗਦੂਤ ਨੇ ਉਸ ਨੂੰ ਕਿਹਾ। ਉਸ ਔਰਤ ਨੇ ਆਪਣੇ ਪਤੀ ਨੂੰ ਦੱਸਿਆ, ਤੇ ਉਸਦੇ ਪਤੀ ਨੇ ਕੀ ਕੀਤਾ, ਪਰਮੇਸ਼ਰ ਦੇ ਅੱਗੇ ਫੇਰ ਦੁਆ ਕੀਤੀ, ਪ੍ਰਭੂ ਜਿਹੜਾ ਸਵਰਗਦੂਤ ਪਹਿਲਾਂ ਆਇਆ ਸੀਗਾ ਉਸ ਨੂੰ ਫੇਰ ਘੱਲ। ਉਹ ਸਵਰਗਦੂਤ ਫੇਰ ਆਇਆ, ਤੇ ਉਸਦੇ ਪਤੀ ਨੂੰ ਵੀ ਇਹੀ ਗੱਲ ਕਹਿੰਦਾ, ਤੈਨੂੰ ਪਰਮੇਸ਼ਰ ਇੱਕ ਪੁੱਤਰ ਦੇਗਾ। ਤੂੰ ਕੀ ਕਰਨਾ, ਜਿਹੜੀ ਮੈਂ ਪਰਹੇਜ਼ ਦੱਸਿਆ ਤੇਰੀ ਪਤਨੀ ਨੂੰ, ਕੋਈ ਨਸ਼ਾ ਨਹੀਂ ਕਰਨਾ, ਕੋਈ ਦਖਸਾਰ ਨਹੀਂ ਪੀਣਾ, ਨਾ ਕੋਈ ਸ਼ਰਾਬ ਪੀਣੀ ਆ, ਨਾ ਕੋਈ ਉਹ ਕੰਮ ਕਰਨਾ ਜਿਹੜਾ ਪਰਮੇਸ਼ਰ ਦੀ ਨਿਗਾਹ 'ਚ ਘਿਰਨਾ ਆ, ਜਦੋਂ ਤੱਕ ਬਾਲਕ ਪੈਦਾ ਨਹੀਂ ਹੋ ਜਾਂਦਾ। ਤੇ ਉਹ ਕਹਿੰਦਾ ਠੀਕ ਹੈ ਜੀ, ਮੰਨ ਜਾਂਦੇ ਆ। ਤੇ ਕੀ ਹੁੰਦਾ ਕਿ ਉਹ ਜਿਹੜੀ ਉਹ ਔਰਤ ਗਰਭਵਤੀ ਹੁੰਦੀ, ਤੇ ਇੱਕ ਪੁੱਤਰ ਸ਼ਮਸ਼ੂਨ ਨੂੰ ਜਨਮ ਦਿੰਦੀ, ਤੇ ਉਹ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਉਸਦੇ ਸਿਰ ਉੱਤੇ ਕਦੇ ਵੀ ਉਸਤਰਾ ਨਹੀਂ ਲਗਵਾਉਂਦੀ। ਹਾਲੇਲੂਇਆ, ਕਿਉਂਕਿ ਪਰਮੇਸ਼ਰ ਨੇ ਸ਼ਮਸ਼ੂਨ ਨੂੰ ਇਸ ਲਈ ਪੈਦਾ ਕੀਤਾ ਸੀਗਾ ਕਿ ਜਿਹੜੇ ਇਸਰਾਇਲੀ ਲੋਕ ਫਿਲਿਸਤੀਆਂ ਦੀ ਗੁਲਾਮੀ ਦੇ ਵਿੱਚ ਸੀਗੇ, ਕਿ ਉੱਥੋਂ ਛੁਡਾਏ ਸ਼ਮਸ਼ੂਨ ਉਹਨਾਂ ਨੂੰ। ਤੇ ਜਿਹੜਾ ਸ਼ਮਸ਼ੂਨ ਸੀਗਾ ਉਸਦੇ ਵਿੱਚ ਬੜੀ ਪਾਵਰ ਸੀ। ਜਦੋਂ ਉਹ ਜਵਾਨ ਹੋਇਆ, ਉਸਦੇ ਵਿੱਚ ਇੰਨੀ ਸਾਮਰਥ ਸੀਗੀ, ਇੰਨੀ ਪਾਵਰ ਸੀ ਕਿ ਹਜ਼ਾਰਾਂ ਦੀ ਫੌਜ ਉਹ ਇਕੱਲਾ ਹੀ ਖਤਮ ਕਰ ਦਿੰਦਾ ਸੀਗਾ। ਇੰਨੀ ਸਾਮਰਥ ਸੀਗੀ ਉਸਦੀ ਪਰਮੇਸ਼ਰ ਵਿੱਚ। ਕਿਉਂ ਉਸਦੀ ਸਾਮਰਥ ਦੀ ਉਸਦੇ ਵਿੱਚ, ਕਿਉਂਕਿ ਉਹ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਉਸਦੀ ਜਿਹੜੀ ਪਾਵਰ ਸੀ ਉਸਦੇ ਬਾਲਾਂ ਦੇ ਵਿੱਚ ਸੀਗੀ। ਉਹ ਨਾਜ਼ੀਰ ਸੀਗਾ, ਕਦੇ ਵੀ ਉਸਦੇ ਸਿਰ ਉੱਤੇ ਉਸ ਤਰ੍ਹਾਂ ਨਹੀਂ ਲੱਗਿਆ ਸੀਗਾ। ਪਰ ਸ਼ੈਤਾਨ ਇਸ ਗੱਲ ਨੂੰ ਜਾਣਦਾ ਸੀਗਾ ਕਿ ਜਿਹੜਾ ਸ਼ਮਸ਼ੂਨ ਹੈ, ਇਸ ਦੀ ਪਾਵਰ ਹੈ ਇਸ ਦੇ ਬਾਲਾਂ ਦੇ ਵਿੱਚ ਹੈ। ਉਹ ਫਿਲਿਸਤੀ ਲੋਕ ਸੀਗੇ, ਉਹ ਇਸ ਗੱਲ ਤੋਂ ਅਣਜਾਣ ਸੀਗੇ। ਤਾਂ ਕੀ ਹੋਇਆ, ਜਿਹੜੀ ਉਸਦੀ ਪਾਵਰ ਸੀਗੀ ਸਾਰੇ ਬਾਲਾਂ ਦੇ ਵਿੱਚ ਸੀਗੀ, ਪਰ ਉਸ ਸ਼ਮਸ਼ੂਨ ਦੇ ਵਿੱਚ ਇੱਕ ਕਮੀ ਸੀ ਕਿ ਉਹ ਲੜਕੀਆਂ ਨੂੰ ਬਹੁਤ ਪਸੰਦ ਕਰਦਾ ਸੀਗਾ। ਉਹ ਲੜਕੀਆਂ ਦਾ ਚਾਹੁਣ ਵਾਲਾ ਸੀਗਾ। ਤਾਂ ਕੀ ਹੋਇਆ, ਜਦੋਂ ਸ਼ਮਸ਼ੂਨ ਜਵਾਨ ਹੋ ਗਿਆ, ਤਾਂ ਕੀ ਹੋਇਆ, ਤਾਂ ਸ਼ਮਸ਼ੂਨ ਕੀ ਕਹੇਗਾ, ਇੱਕ ਦਿਨ ਸ਼ਮਸ਼ੂਨ ਤਿਮਨਾਥ ਦੀ ਵੱਲ ਗਿਆ, ਮਤਲਬ ਇੱਕ ਇਲਾਕਾ ਤਿਮਨਾਥ ਦੀ ਵੱਲ ਗਿਆ। ਉਸਨੇ ਇੱਕ ਫਿਲਿਸਤੀ ਜਵਾਨ ਲੜਕੀ ਦੇਖੀ, ਉਸ ਨੂੰ ਚੰਗੀ ਲੱਗੀ। ਮਤਲਬ ਉਹ ਇੱਕ ਫਿਲਿਸਤੀਆਂ ਦੇ ਇਲਾਕੇ ਦੇ ਵੱਲ ਗਿਆ, ਤਿਮਨਾਥ ਦੇ ਵੱਲ। ਤਾਂ ਉਸ ਨੂੰ ਇੱਕ ਲੜਕੀ ਸੁੰਦਰ ਦਿਖੀ, ਤਾਂ ਉਸਨੇ ਆਪਣੇ ਮਾਤਾ ਪਿਤਾ ਨੂੰ ਕਿਹਾ ਕਿ ਮੇਰਾ ਇਹਨਾਂ ਵਿਆਹ ਕਰ ਦਿਓ। ਤਾਂ ਉਹਦੇ ਮਾਤਾ ਪਿਤਾ ਨੇ ਕਿਹਾ, ਕਹਿੰਦਾ ਸਾਡੇ ਇਸਰਾਇਲੀ ਲੋਕਾਂ ਦੇ ਵਿੱਚ ਤੂੰ ਕਿਉਂ ਨਹੀਂ ਕੋਈ ਕੁੜੀ ਦੇਖਦਾ, ਕਿ ਮਤਲਬ ਇਹੀ ਕੁੜੀ ਕਿਉਂ ਮਤਲਬ ਤੂੰ ਦੇਖ ਰਿਹਾ ਆ। ਤਾਂ ਕੀ ਹੋਇਆ, ਤੇ ਉਹਨਾਂ ਦੇ ਮਾਤਾ ਪਿਤਾ ਨੇ, ਉਹਨੇ ਜਿੱਦ ਕੀਤੀ ਆਪਣੇ ਮਾਤਾ ਪਿਤਾ, ਮੈਨੂੰ ਤਾਂ ਇਹੀ ਲੜਕੀ ਚਾਹੀਦੀ ਆ, ਇਹੀ, ਕਿਉਂਕਿ ਉਹਦੀ ਜਿਹੜੀ ਕਮੀ ਸੀਗੀ ਸ਼ਮਸ਼ੂਨ ਦੀ, ਉਹ ਲੜਕੀਆਂ ਨੂੰ ਬੜਾ ਚਾਹੁੰਦਾ ਹੁੰਦਾ ਸੀ, ਬੜਾ ਦੁਆ ਕਰਦਾ ਹੁੰਦਾ ਸੀਗਾ। ਤੇ ਉਸ ਦੇ ਵਿੱਚ ਇਹ ਸਭ ਨਾਲੋਂ ਵੱਡੀ ਕਮੀ ਸੀਗੀ। ਅਗਰ ਤੁਸੀਂ ਅੱਗੇ ਇਸ ਬਾਈਬਲ ਨੂੰ ਅਗਰ ਮੈਂ ਥੋੜਾ ਪੜਾਵਾਂਗਾ ਤੁਹਾਨੂੰ, ਅੱਗੇ ਬਹੁਤ ਸਾਰੀਆਂ, ਉਹ ਇੱਕ ਤੋਂ ਬਾਅਦ ਦੂਸਰੀ ਲੜਕੀ, ਦੂਸਰੀ ਬਾਅਦ ਤੀਸਰੀ ਲੜਕੀ, ਇਹ ਉਸ ਦੇ ਅੰਦਰ ਕਮੀ ਸੀਗੀ। ਪਰ ਉਸ ਦੀ ਪਾਵਰ ਉਸ ਦੇ ਵਿੱਚ ਇੰਨੀ ਸੀਗੀ, ਇੰਨੀ ਸਾਮਰਥ ਸੀਗੀ। ਤੇ ਕੀ ਹੋਇਆ, ਜਦੋਂ ਉਹ ਫਿਲਿਸਤੀਆਂ ਦੀ ਉਸ ਲੜਕੀ ਦੇ ਨਾਲ ਉਸਦਾ ਵਿਆਹ ਹੋ ਗਿਆ, ਤਾਂ ਕੀ ਹੋਇਆ, ਤਾਂ ਉਸਨੇ ਇੱਕ ਨਾ ਉਹਦੇ ਭਰਾਵਾਂ ਨੂੰ ਬੁਝਾਰਤ ਪਾਈ। ਤਾਂ ਕੀ ਹੋਇਆ, ਜਦੋਂ ਉਸ ਸ਼ਮਸ਼ੂਨ ਨੇ ਬੁਝਾਰਤ ਪਾਈ, ਕਿ ਸ਼ਮਸ਼ੂਨ ਨੇ ਕੀ ਬੁਝਾਰਤ ਪਾਈ, ਲੜਕੀ ਦੇ ਭਰਾਵਾਂ ਨੂੰ ਕੀ ਬੁਝਾਰਤ ਪਾਈ, ਉਸਨੇ ਕਿਹਾ, ਖਾਣ ਵਾਲੇ ਵਿੱਚੋਂ ਭੋਜਨ ਨਾ ਨਿਕਲਿਆ, ਅਤੇ ਤਕੜੇ ਵਿੱਚੋਂ ਮਿਠਾਸ। ਕਹਿੰਦਾ 3 ਦਿਨ, ਕਹਿੰਦਾ ਅਗਰ ਤੁਸੀਂ ਇਸ ਬੁਝਾਰਤ ਦਾ ਅਰਥ ਤੁਸੀਂ ਦੱਸ ਦੋਗੇ, ਤਾਂ ਕਹਿੰਦਾ ਮੈਂ ਤੁਹਾਨੂੰ ਇੰਨੇ ਕੱਪੜੇ ਦੇਵਾਂਗਾ, ਇੰਨੀ ਆਹ ਚੀਜ਼ਾਂ ਦੇਵਾਂਗਾ। ਤੇ ਉਸਨੇ ਕਿਹਾ, ਕਹਿੰਦਾ ਅਗਰ ਤੁਸੀਂ ਇਹ ਬੁਝਾਰਤ ਨੂੰ ਨਾ ਸਮਝ ਸਕੇ, ਤਾਂ ਤੁਸੀਂ ਮੈਨੂੰ ਦੋਗੇ ਇੰਨੇ ਸਾਰਾ ਕੁਛ। ਉਹ ਕਹਿੰਦੇ ਠੀਕ ਹੈ ਜੀ। ਤਾਂ ਕੀ ਹੋਇਆ, ਜਦੋਂ ਉਹਦਾ ਉਸ ਲੜਕੀ ਦੇ ਨਾਲ ਵਿਆਹ ਹੋ ਗਿਆ, ਤਾਂ 7 ਦਿਨਾਂ ਦੇ ਵਿੱਚ ਇਸ ਬੁਝਾਰਤ ਦਾ ਉੱਤਰ ਦੇਣਾ ਸੀਗਾ। ਤੇ ਕੀ ਹੋਇਆ, ਜਦੋਂ 6 ਦਿਨ ਬੀਤ ਗਏ, ਉਹਨਾਂ ਨੂੰ ਕੋਈ ਮਤਲਬ ਆਨਸਰ ਨਹੀਂ ਮਿਲਿਆ ਹੈਗਾ, ਤਾਂ ਉਹ ਬੁਝਾਰਤ ਨਹੀਂ ਬੁੱਝ ਸਕੇ। ਤਾਂ ਕੀ ਹੋਇਆ, ਉਹਨਾਂ ਨੇ ਆਪਣੀ ਭੈਣ ਦਾ ਇਸਤੇਮਾਲ ਕੀਤਾ, ਜਿਹੜੀ ਸ਼ਮਸ਼ੂਨ ਦੀ ਪਤਨੀ ਸੀਗੀ। ਤਾਂ ਕੀ ਕੀਤਾ, ਸ਼ਮਸ਼ੂਨ ਬਹਿਕ ਗਿਆ ਆਪਣੀ ਪਤਨੀ ਦੇ ਵਿੱਚ, ਉਸ ਲੜਕੀ ਦੇ ਬਹਿਕਾਵੇ ਦੇ ਵਿੱਚ ਆ ਕੇ। ਤਾਂ ਉਹ ਲੜਕੀ ਕਹਿਣ ਲੱਗੀ, ਕਹਿੰਦੀ ਤੂੰ ਜੋ ਮੇਰੇ ਭਰਾਵਾਂ ਨੂੰ, ਮੇਰੀ ਪਤਨੀ ਭਰਾਵਾਂ ਨੂੰ ਤੂੰ ਉਹ ਬੁਝਾਰਤ ਪਾਈ ਆ,
ਤੇ ਉਹਦਾ ਆਨਸਰ ਤੂੰ ਅੱਜ ਤੱਕ ਤਾਂ ਮੈਨੂੰ ਦਿੱਤਾ ਨਹੀਂ, ਤੂੰ ਮੈਨੂੰ ਉਹਦਾ ਪ੍ਰੇਮ ਕਰਦਾ ਆ। ਤਾਂ ਉਹਨੇ ਕੀ ਕੀਤਾ, ਉਸਦੀਆਂ ਗੱਲਾਂ ਦੇ ਵਿੱਚ ਆ ਕੇ ਉਸ ਬੁਝਾਰਤ ਦਾ ਅਰਥ ਦੱਸ ਦਿੱਤਾ। ਤੇ ਉਸਨੇ ਕੀ ਕੀਤਾ, ਜਿਹੜੀ ਬੁਝਾਰਤ ਦਾ ਅਰਥ ਆਪਣੇ ਭਰਾਵਾਂ ਨੂੰ ਦੱਸਦਾ, ਤੇ ਉਹ 7ਵੇਂ ਦਿਨ ਆ ਕੇ ਉਹਦੇ ਭਰਾਵਾਂ ਨੇ ਦੱਸ ਦਿੱਤਾ। ਤੇ ਸ਼ਮਸ਼ੂਨ ਉੱਥੇ ਸਮਝ ਗਿਆ। ਤਾਂ ਸ਼ਮਸ਼ੂਨ ਨੇ ਕੀ ਕਿਹਾ, ਕਹਿੰਦਾ 14 ਦੀ 18 ਆਇਤ ਦੇ ਵਿੱਚ ਕਹਿੰਦਾ ਤੁਸੀਂ ਮੇਰੀ ਬੱਚੀ ਨੂੰ ਹਲ ਅੱਗੇ ਨਾ ਜਿਉਂਦੇ ਤਾਂ ਤੇ ਮੇਰੀ ਬੁਝਾਰਤ ਦਾ ਅਰਥ ਨਾ ਦੱਸ ਸਕਦੇ। ਸ਼ਮਸ਼ੂਨ ਸਮਝ ਗਿਆ ਕਿ ਮੇਰੀ ਪਤਨੀ ਦੇ ਦੁਆਰਾ, ਜਿਹੜੀ ਜਿਸ ਲੜਕੀ ਨੂੰ ਮੈਂ ਪਸੰਦ ਕੀਤਾ ਉਸ ਦੇ ਦੁਆਰਾ ਇਹ ਬੁਝਾਰਤ ਦਾ ਆਨਸਰ ਉਹਨਾਂ ਤੱਕ ਪਹੁੰਚ ਗਿਆ ਆ। ਤਾਂ ਕੀ ਹੋਇਆ, ਉਸ ਇੱਥੇ ਫੇਲ ਹੋ ਗਿਆ, ਸ਼ਮਸ਼ੂਨ ਅਸਫਲ ਹੋ ਗਿਆ। ਤਾਂ ਉਸਨੂੰ ਇਸ ਗੱਲ ਦਾ ਗੁੱਸਾ ਆਇਆ। ਤਾਂ ਉਸਨੇ ਕੀ ਕੀਤਾ, ਬਹੁਤ ਸਾਰੇ ਲੋਕਾਂ ਨੂੰ ਮਾਰ ਦਿੱਤਾ, ਗੁੱਸੇ ਦੇ ਵਿੱਚ ਆ ਕੇ 30 ਜਵਾਨਾਂ ਨੂੰ ਮਾਰ ਦਿੱਤਾ। ਤੇ ਉਹਨਾਂ ਦੇ ਵਸਤਰ ਸਾਰੇ ਲਿਆ ਕੇ, ਜੋ ਉਸ ਬੁਝਾਰਤ ਬੁੱਝਣ ਦਾ ਉਸ ਇਨਾਮ ਦੇਣਾ ਸੀਗਾ, ਤੇ ਉਹਨੇ ਲਿਆ ਕੇ ਉਹ ਦੇ ਦਿੱਤਾ। ਤਾਂ ਕੀ ਹੋਇਆ, ਕੁਝ ਦਿਨਾਂ ਦੇ ਪਿੱਛੋਂ ਫਿਰ ਬਹੁਤ ਸਾਰੀਆਂ ਘਟਨਾਵਾਂ ਇੱਦਾਂ ਹੋਈਆਂ। ਪਰ ਕੀ ਹੋਇਆ, ਜਿਹੜਾ ਸ਼ਮਸ਼ੂਨ ਦੀ ਤਾਕਤ ਸੀਗੀ ਉਹ ਕਿੱਦਾਂ ਚਲ ਗਈ, ਉਹਦੇ ਵਿੱਚ ਕਮੀ ਕੀ ਸੀਗੀ ਕਿ ਉਹ ਔਰਤਾਂ ਨੂੰ ਬਹੁਤ ਪਸੰਦ ਕਰਦਾ ਸੀਗਾ ਉੱਥੇ। ਤਾਂ ਕੁਝ ਸਮੇਂ ਤੋਂ ਬਾਅਦ ਫਿਰ ਇੱਕ ਕੀ ਹੋਇਆ ਕਿ ਜਿਹੜਾ ਸ਼ਮਸ਼ੂਨ ਸੀਗਾ ਤੇ ਉਹਦਾ ਸ਼ਮਸ਼ੂਨ ਸੀਗਾ, ਉਹਦਾ ਪਿਆਰ ਜਿਹੜਾ ਦਲੀਲਾ ਨਾਂ ਦੀ ਇੱਕ ਔਰਤ ਨਾਲ ਪੈ ਗਿਆ, ਹਨਾ। ਦਲੀਲਾ ਨਾਮ ਦੀ ਔਰਤ ਹੋ ਗਿਆ। ਜਿਹੜੇ ਫਿਲਿਸਤੀ ਲੋਕ ਸੀਗੇ ਉਹ ਸ਼ਮਸ਼ੂਨ ਦੇ ਨਾਲ ਲੱਗਦੇ ਸੀਗੇ। ਤਾਂ ਕੀ ਹੋ ਗਿਆ, ਅਗਰ 16 ਦੀ ਅਸੀਂ 4 ਆਇਤ ਤੋਂ ਪੜ੍ਹਦੇ ਹਾਂ, ਅਸੀਂ ਥੋੜਾ ਵਚਨ ਨੂੰ ਪੜਾਂਗੇ, ਨਿਆਂਇਆਂ ਦੀ ਕਿਤਾਬ ਉਹਦਾ 16ਵਾਂ ਅਧਿਆਏ ਉਹਦੀ 4 ਆਇਤ ਦੇ ਵਿੱਚ ਇਸ ਤਰ੍ਹਾਂ ਲਿਖਿਆ ਵਾ, ਇਸ ਪਿੱਛੋਂ ਸ਼ਮਸ਼ੂਨ ਦਾ ਇੱਕ ਦਲੀਲਾ ਨਾਂ ਦੀ ਔਰਤ ਨਾਲ ਪਿਆਰ ਹੋ ਗਿਆ। ਇਹ ਔਰਤ ਸ਼ੁਰੇਕ ਦੀ ਵਾਦੀ ਵਿੱਚ ਰਹਿੰਦੀ ਸੀ। ਉਸ ਔਰਤ ਕੋਲ ਫਿਲਿਸਤੀਆਂ ਦੇ ਆਗੂ ਆਏ ਅਤੇ ਬੋਲੇ, ਸ਼ਮਸ਼ੂਨ ਨੂੰ ਆਪਣੇ ਮੂੰਹ ਜਾਲ ਵਿੱਚ ਫਸਾ ਕੇ ਉਸ ਤੋਂ ਪੁੱਛ ਕਿ ਉਸ ਦੀ ਵੱਡੀ ਤਾਕਤ ਕਿੱਥੇ ਹੈ। ਕਹਿੰਦਾ ਜਿਹੜੇ ਫਿਲਿਸਤੀ ਸੀਗੇ, ਕਹਿੰਦਾ ਇਹਦੇ ਵਿੱਚ ਇੰਨੀ ਤਾਕਤ ਆ, ਇਹ ਇੱਕ ਖੋਤੇ ਦੀ ਜਵਿਆੜੇ ਦੇ ਨਾਲ ਹਜ਼ਾਰਾਂ ਲੋਕਾਂ ਨੂੰ ਮਾਰ ਦਿੰਦਾ, ਸਾਨੂੰ ਖਦੇੜ ਦਿੰਦਾ ਆ, ਇਹਦੇ ਵਿੱਚ ਇੰਨੀ ਪਾਵਰ, ਅਸੀਂ ਇਹਦਾ ਸਾਹਮਣਾ ਨਹੀਂ ਕਰ ਸਕਦੇ। ਉਹ ਦਲੀਲਾ ਦੇ ਕੋਲ ਆਉਂਦੇ ਆ। ਉਹ ਦਲੀਲਾ ਉਹ ਸੀਗੀ ਜਿਸ ਦੇ ਪਿਆਰ ਦੇ ਵਿੱਚ ਸ਼ਮਸ਼ੂਨ ਫਸ ਗਿਆ ਸੀਗਾ, ਕਿਉਂਕਿ ਸ਼ਮਸ਼ੂਨ ਦੇ ਵਿੱਚ ਇਹ ਬਹੁਤ ਵੱਡੀ ਕਮੀ ਸੀ ਕਿ ਉਹ ਇਸ ਕੰਮ ਦੇ ਵਿੱਚ ਫਸ ਜਾਂਦਾ ਸੀਗਾ, ਔਰਤਾਂ ਦੇ ਚੱਕਰ ਦੇ ਵਿੱਚ। ਤੇ ਉਸ ਦੇ ਜਿਹੜੇ ਫਿਲਿਸਤੀ ਲੋਕ ਸੀਗੇ ਉਹ ਦਲੀਲਾ ਦੇ ਕੋਲ ਆਏ, ਕਹਿੰਦੇ ਅਸੀਂ ਤੈਨੂੰ ਇੰਨੇ ਪੈਸੇ ਦੇਵਾਂਗੇ, ਇੰਨਾ ਧਨ ਦੌਲਤ ਦੇਵਾਂਗੇ, ਅਗਰ ਤੂੰ ਇਹਦੀ ਜਿਹੜੀ ਇਹ ਪਾਵਰ ਹੈ, ਇਹਦੇ ਵਿੱਚ ਇੰਨੀ ਸ਼ਕਤੀ ਆ, ਅਗਰ ਇਹ ਸਾਨੂੰ ਪਤਾ ਲੱਗ ਜਾਵੇ ਇਹ ਸ਼ਕਤੀ ਕਿੱਦਾਂ ਖਤਮ ਹੋਏਗੀ, ਕਹਿੰਦਾ ਤੈਨੂੰ ਇੰਨਾ ਧਨ ਦੌਲਤ ਦੇਵਾਂਗੇ ਅਗਰ ਤੂੰ ਮਦਦ ਕਰੇਂਗੀ। ਤਾਂ ਕੀ ਹੋਇਆ, ਉਹ ਜਿਹੜੀ ਔਰਤ ਨੇ ਉਹਨਾਂ ਤੋਂ ਉਹ ਸਾਰਾ ਕੁਝ ਲੈਣ ਦਾ ਵਾਅਦਾ ਕਰ ਲਿਆ ਕਿ ਹਾਂ ਮੈਂ ਤੁਹਾਨੂੰ ਦੱਸਾਂਗੀ। ਤਾਂ ਕੀ ਹੋਇਆ, ਜਿਹੜਾ ਉਹ ਸ਼ਮਸ਼ੂਨ ਉਸ ਔਰਤ ਦੇ ਪ੍ਰੇਮ ਦੇ ਵਿੱਚ, ਮੋਹ ਜਾਲ ਦੇ ਵਿੱਚ ਫਸ ਕੇ ਉਹਨੇ ਫਸਾ ਲਿਆ ਤੇ ਉਹ ਫਸ ਗਿਆ ਸ਼ਮਸ਼ੂਨ। ਤਾਂ ਉਸਦੇ ਕੀ ਹੋਇਆ, ਉਸ ਜਿਹੜੀ ਮੋਹ ਜਾਲ ਦੇ ਵਿੱਚ ਫਸਾ ਕੇ ਉਹ ਦਲੀਲਾ ਉਸਨੂੰ ਪੁੱਛਣ ਲੱਗੀ ਕਿ ਕਹਿੰਦੀ ਤੂੰ ਆਪਣੀ ਵੱਡੀ ਤਾਕਤ ਤੇਰੀ ਕਿੱਥੇ ਹੈ ਅਤੇ ਉਸ ਨੂੰ ਆਪਣੇ ਅਧਿਕਾਰ ਵਿੱਚ ਕਿਸ ਤਰ੍ਹਾਂ ਕਰ ਸਕਦੇ ਹਾਂ। ਤਾਂ ਮਤਲਬ ਉਹਨੇ ਪੁੱਛਿਆ, ਕਹਿੰਦੀ ਤੈਨੂੰ ਕੋਈ ਵੀ ਆਪਣੇ ਅਧਿਕਾਰ ਦੇ ਵਿੱਚ ਕਿੱਦਾਂ ਕਰ ਸਕਦਾ ਆ, ਤੈਨੂੰ ਆਪਣੇ ਵੱਸ ਦੇ ਵਿੱਚ ਕਿੱਦਾਂ ਕਰ ਸਕਦਾ, ਤੈਨੂੰ ਕੋਈ ਵੱਸ ਦੇ ਵਿੱਚ ਤਾਂ ਕਰ ਨਹੀਂ ਸਕਦਾ, ਠੀਕ ਹੈ। ਤੇ ਉਹਨੇ ਇਹ ਸਾਰੀਆਂ ਚੀਜ਼ਾਂ ਪੁੱਛਣ ਲੱਗੀ ਹੌਲੀ ਹੌਲੀ ਕਰਕੇ। ਪਰ ਉਹ ਕੀ ਕਰ ਗਿਆ, ਸ਼ਮਸ਼ੂਨ ਤੋਂ ਜਦੋਂ ਪੁੱਛਿਆ ਤਾਂ ਸ਼ਮਸ਼ੂਨ ਨੇ ਉਸਨੂੰ ਦੱਸਣਾ ਸ਼ੁਰੂ ਕਰ ਦਿੱਤਾ। ਪਹਿਲਾਂ ਤਾਂ ਸ਼ਮਸ਼ੂਨ ਝੂਠ ਬੋਲਦਾ ਰਿਹਾ ਉਸ ਦੇ ਨਾਲ। ਕੀ ਹੋਇਆ, ਅਸੀਂ 6 ਆਇਤ ਤੋਂ ਪੜਾਂਗੇ। ਸੋ ਦਲੀਲਾ ਨੇ ਸ਼ਮਸ਼ੂਨ ਤੋਂ ਪੁੱਛਿਆ, ਮੈਨੂੰ ਦੱਸ ਤੇਰੀ ਇਸ ਵੱਡੀ ਤਾਕਤ ਦਾ ਕੀ ਭੇਦ ਹੈ ਅਤੇ ਤੈਨੂੰ ਕੋਈ ਬੰਨ੍ਹ ਕੇ ਆਪਣੇ ਅਧਿਕਾਰ ਵਿੱਚ ਕਿਸ ਤਰ੍ਹਾਂ ਕਰ ਸਕਦਾ ਹੈ। ਸ਼ਮਸ਼ੂਨ ਨੇ ਉੱਤਰ ਦਿੱਤਾ, ਜੇਕਰ ਕੋਈ ਮੈਨੂੰ 7 ਹਰੀਆਂ ਤੰਦਾਂ ਨਾਲ ਜੋ ਅਜੇ ਸੁੱਕੀਆਂ ਨਾ ਹੋਣ ਬੰਨ੍ਹ ਦੇਵੇ ਤਾਂ ਮੈਂ ਆਮ ਮਨੁੱਖ ਵੱਲਹੀਨ ਹੋ ਜਾਵਾਂਗਾ। ਸੋ ਫਿਲਿਸਤੀਆਂ ਆਗੂਆਂ ਨੇ ਦਲੀਲਾ ਨੂੰ 7 ਹਰੀਆਂ ਮਸ਼ਕਾਂ ਲਿਆ ਦਿੱਤੀਆਂ ਅਤੇ ਉਸਨੇ ਸ਼ਮਸ਼ੂਨ ਨੂੰ ਉਹਨਾਂ ਨਾਲ ਬੰਨ੍ਹ ਦਿੱਤਾ। ਤਦ ਉਸ ਵੇਲੇ ਕੁਝ ਫਿਲਿਸਤੀ ਦੂਜੇ ਕਮਰੇ ਵਿੱਚ ਉਡੀਕ ਕਰ ਰਹੇ ਸਨ ਅਤੇ ਉਹ ਔਰਤ ਨੇ ਸ਼ਮਸ਼ੂਨ ਨੂੰ ਕਿਹਾ, ਸ਼ਮਸ਼ੂਨ, ਫਿਲਿਸਤੀ ਤੈਨੂੰ ਫੜਨ ਆਏ ਹਨ। ਸ਼ਮਸ਼ੂਨ ਨੇ ਤੁਰੰਤ ਇੱਕ ਝਟਕੇ ਨਾਲ ਉਹ ਤੰਦਾਂ ਇਸ ਤਰ੍ਹਾਂ ਤੋੜ ਦਿੱਤੀਆਂ ਜਿਸ ਤਰ੍ਹਾਂ ਕੱਚਾ ਧਾਗਾ ਤੋੜਿਆ ਜਾਂਦਾ ਹੈ। ਸੋ ਫਿਲਿਸਤੀ ਅਜੇ ਵੀ ਸ਼ਮਸ਼ੂਨ ਦੇ ਬਲ ਦਾ ਭੇਦ ਨਹੀਂ ਜਾਣ ਸਕੇ। ਜਦੋਂ ਉਹਨੇ ਮਤਲਬ ਨਵੀਆਂ ਤੰਦਾਂ ਦੇ ਨਾਲ, ਨਵੀਆਂ ਰੱਸੀਆਂ ਦੇ ਨਾਲ ਉਹਨਾਂ ਨੂੰ ਬੰਨ੍ਹ ਦਿੱਤਾ ਤਾਂ ਉਹਨੇ ਐਦਾਂ ਰੱਸੀਆਂ ਤੋੜ ਦਿੱਤੀਆਂ, ਇੰਨੀ ਪਾਵਰ ਸੀਗੀ ਜਿੱਦਾਂ ਕੱਚਾ ਧਾਗਾ ਟੁੱਟਦਾ ਹੋਵੇ। ਉਹਨੂੰ ਬੜੀ ਕੋਸ਼ਿਸ਼ ਕੀਤੀ ਗਈ ਤੇ ਦਲੀਲਾ ਉਹਨੂੰ ਇਹ ਸਾਰੀਆਂ ਚੀਜ਼ਾਂ ਉਸਦੀ ਜਿਹੜੀ ਪਾਵਰ ਸੀਗੀ। ਦੇਖੋ ਸ਼ੈਤਾਨ ਕੀ ਕਰ ਰਿਹਾ, ਕਮਜ਼ੋਰੀ ਦੇ ਦੁਆਰਾ ਪਾਵਰ ਨੂੰ ਖਤਮ ਕਰ ਰਿਹਾ। ਸ਼ਮਸ਼ੂਨ ਦੇ ਵਿੱਚ ਕੀ ਸੀ ਕਮਜ਼ੋਰੀ, ਔਰਤਾਂ ਦੀ, ਤੇ ਔਰਤ ਦੇ ਦੁਆਰਾ ਉਹਦੀ ਵੱਡੀ ਤਾਕਤ ਉੱਤੇ ਅਟੈਕ ਕਰ ਰਿਹਾ ਆ।
है ना। ਅੱਜ ਸ਼ੈਤਾਨ ਇੱਕ ਇਨਸਾਨ ਦੇ ਦੁਆਰਾ, ਇੱਕ ਔਰਤ ਦੁਆਰਾ, ਸਾਡੀ ਕੁੜਕੜਾਹਟ ਦੇ ਦੁਆਰਾ ਸਾਡੀ ਵੱਡੀ ਤਾਕਤ ਉੱਤੇ ਅਟੈਕ ਕਰ ਰਿਹਾ ਆ। ਕੀ ਹੋਇਆ ਫਿਰ? ਦਲੀਲਾ ਨੇ ਫਿਰ ਸ਼ਮਸ਼ੂਨ ਨੂੰ ਪੁੱਛਿਆ, ਸ਼ਮਸ਼ੂਨ ਤੋਂ ਪੁੱਛਿਆ, ਦੇਖ ਤੂੰ ਮੈਨੂੰ ਮੂਰਖ ਬਣਾ ਰਿਹਾ ਹੈ, ਤੂੰ ਮੈਨੂੰ ਆਪਣੇ ਇਸ ਵੱਡੇ ਬਲ ਦਾ ਭੇਦ ਨਹੀਂ ਦੱਸਿਆ, ਤੂੰ ਇਹ ਭੇਦ ਮੈਨੂੰ ਦੱਸ ਕਿ ਤੇਰੇ ਤੇ ਕਿਸ ਤਰ੍ਹਾਂ ਕਾਬੂ ਪਾਇਆ ਜਾ ਸਕਦਾ ਹੈ। ਸ਼ਮਸ਼ੂਨ ਨੇ ਉੱਤਰ ਦਿੱਤਾ, ਜੇਕਰ ਉਹ ਮੈਨੂੰ ਨਵੀਆਂ ਰੱਸੀਆਂ ਨਾਲ ਜੋ ਅੱਜ ਤੱਕ ਵਰਤੀਆਂ ਨਹੀਂ ਗਈਆਂ ਬੰਨ ਦੇਣ ਤਾਂ ਮੈਂ ਇੱਕ ਆਮ ਮਨੁੱਖ ਦੀ ਤਰ੍ਹਾਂ ਬਲਹੀਨ ਹੋ ਜਾਵਾਂਗਾ। ਇਸ ਲਈ ਦਲੀਲਾ ਨੇ ਨਵੀਆਂ ਰੱਸੀਆਂ ਲੈ ਕੇ ਉਸ ਨੂੰ ਬੰਨ੍ਹ ਦਿੱਤਾ। ਤਦ ਉਸਨੇ ਪੁਕਾਰ ਕੇ ਕਿਹਾ, ਸ਼ਮਸ਼ੂਨ, ਫਿਲਿਸਤੀ ਤੈਨੂੰ ਫੜਨ ਆ ਗਏ ਹਨ। ਤਦ ਕੁਝ ਫਿਲਿਸਤੀ ਦੂਜੇ ਕਮਰੇ ਵਿੱਚ ਉਸ ਦੀ ਉਡੀਕ ਕਰ ਰਹੇ ਸਨ, ਪਰ ਸ਼ਮਸ਼ੂਨ ਨੇ ਇੱਕੋ ਝਟਕੇ ਨਾਲ ਉਹ ਰੱਸੀਆਂ ਤੋੜ ਦਿੱਤੀਆਂ। ਦੇਖੋ ਇੰਨਾ ਪਾਵਰ ਸੀ, ਇੱਕ ਝਟਕੇ ਦੇ ਨਾਲ ਸਾਰੀਆਂ ਰੱਸੀਆਂ ਖਤਮ, ਜੋ ਵੀ ਬੰਨ ਦਿੰਦੇ ਸੀਗੇ ਉਸ ਨੂੰ ਸਾਰਾ ਤੋੜ ਦਿੰਦਾ ਸੀ, ਇੰਨਾ ਪਾਵਰ ਸੀਗੀ ਉਹਦੇ ਵਿੱਚ। ਕਿਉਂ ਪਾਵਰ ਸੀ? ਕਿਉਂਕਿ ਉਹ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਉਹ ਉਸਦੇ ਸਿਰ ਉੱਤੇ ਕਦੇ ਵੀ ਉਸ ਤਰ੍ਹਾਂ ਨਹੀਂ ਲੱਗਿਆ ਸੀਗਾ। ਪਰਮੇਸ਼ਰ ਨੇ ਕਿਹਾ ਸੀਗਾ, ਅਗਰ ਇਹ ਮਤਲਬ ਜੇ ਤੂੰ ਉਸ ਤਰ੍ਹਾਂ ਲਵਾ ਦੇਂਗਾ ਤਾਂ ਉਹ ਸਾਰਾ ਵੱਲ ਖਤਮ ਹੋ ਜਾਏਗਾ। ਤਾਂ ਕੀ ਹੋਇਆ? ਦਲੀਲਾ ਨੇ ਸ਼ਮਸ਼ੂਨ ਨੂੰ ਕਿਹਾ, ਤੂੰ ਅਜੇ ਤੱਕ ਮੈਨੂੰ ਮੂਰਖ ਬਣਾ ਰਿਹਾ ਹੈ, ਮੇਰੇ ਨਾਲ ਤੂੰ ਝੂਠ ਬੋਲ ਰਿਹਾ ਹੈ, ਮੈਨੂੰ ਦੱਸ ਕਿ ਤੇਰੇ ਬਲ ਦਾ ਕੀ ਭੇਦ ਹੈ। ਸ਼ਮਸ਼ੂਨ ਨੇ ਉੱਤਰ ਦਿੱਤਾ, ਜੇਕਰ ਤੂੰ ਮੇਰੇ ਸਿਰ ਦੇ ਵਾਲਾਂ ਦੀ 7 ਲਟਾਂ ਤਾਣੇ ਨਾਲ ਉਣ ਕੇ ਉਹਨਾਂ ਨੂੰ ਕਿੱਲੇ ਨਾਲ ਕੱਸ ਕੇ ਬੰਨ ਦੇਵੇ ਤਾਂ ਮੈਂ ਆਮ ਆਦਮੀ ਵਰਗਾ ਬਲਹੀਨ ਹੋ ਜਾਵਾਂਗਾ। ਕਹਿਣ ਦਾ ਮਤਲਬ ਕੀ ਆ, ਜਿਹੜੀ ਦਲੀਲਾ ਆ ਉਹ ਵਾਰ ਉਹਦੇ ਪਿੱਛੇ ਪੈ ਚੁੱਕੀ ਆ ਕਿ ਇਹਦੀ ਜਿਹੜੀ ਵੱਡੀ ਪਾਵਰ ਹੈ, ਇਹਦਾ ਭੇਦ ਪਤਾ ਕਰਨਾ ਆ, ਇਹਦਾ ਵੱਲ ਖਤਮ ਕਰਨਾ ਆ, ਹੈ ਨਾ। ਤਾਂ ਕੀ ਹੋਇਆ? ਉਹ ਸ਼ਮਸ਼ੂਨ ਬਾਰ-ਬਾਰ ਉਹਨੂੰ ਨਾ 2-3 ਵਾਰੀ ਉਹਨੂੰ ਝੂਠ ਬੋਲਿਆ, ਤਾਂ ਉਹ ਜਿਹੜੀ ਦਲੀਲਾ ਆ ਉਹ ਸਮਝ ਗਈ ਕਿ ਮੈਂ ਝੂਠ ਬੋਲ ਰਿਹਾ। ਤਾਂ ਫਿਰ ਦਲੀਲਾ ਉਹਦੇ ਮਗਰ ਹੋਰ ਪਿੱਛੇ ਮਗਰ ਪੈ ਗਈ। ਤਾਂ ਕੀ ਹੋਇਆ? ਦਲੀਲਾ ਨੇ ਫਿਰ ਉਸਨੂੰ ਕਿਹਾ, ਤੂੰ ਕਿਸੇ ਤਰ੍ਹਾਂ ਦਾਅਵਾ ਕਰ ਸਕਦਾ ਹੈ। ਉਹਨੂੰ ਫਸਾ ਲਿਆ, ਕਹਿੰਦੀ ਤੂੰ ਕਿਸ ਤਰ੍ਹਾਂ ਦਾਅਵਾ ਕਰ ਸਕਦਾ ਹੈ? ਦਲੀਲਾ ਕਹਿਣ ਲੱਗੀ, ਕਹਿੰਦੀ ਤੂੰ ਮੈਨੂੰ ਪ੍ਰੇਮ ਕਰਦਾ, ਕਿਸ ਤਰ੍ਹਾਂ ਤੂੰ ਦਾਅਵਾ ਕਰਦਾ ਆ ਕਿ ਤੂੰ ਮੇਰੇ ਨਾਲ ਅਜੇ ਤੱਕ ਤਾਂ ਆਪਣੀ ਪਾਵਰ ਦਾ ਦੱਸਿਆ ਨਹੀਂ ਹੈਗਾ, ਤੂੰ ਉੱਦਾਂ ਕਹਿੰਦਾ ਮੈਨੂੰ ਪ੍ਰੇਮ ਕਰਦਾ ਆ। ਤਾਂ ਕੀ ਹੋਇਆ? ਦਲੀਲਾ ਹਰ ਦਿਨ ਉਸਦੇ ਪਿੱਛੇ ਪੈ ਕੇ ਪੁੱਛਦੀ ਰਹੀ, ਤਾਂ ਇੱਕ ਦਿਨ ਸ਼ਮਸ਼ੂਨ ਦਾ ਦਿਲ ਪਸੀਜ ਗਿਆ, ਉਹ ਪਸੀਜ ਗਿਆ ਉਸਦਾ ਦਿਲ। ਤਦ ਉਸਨੇ ਆਪਣੇ ਦਿਲ ਦਾ ਭੇਦ ਦਲੀਲਾ ਉੱਤੇ ਪ੍ਰਗਟ ਕੀਤਾ। ਉਸ ਨੇ ਕਿਹਾ, ਜਨਮ ਤੋਂ ਹੀ ਮੇਰੇ ਸਿਰ ਉੱਤੇ, ਸ਼ਮਸ਼ੂਨ ਹੁਣ ਸੱਚ ਬੋਲਣਾ ਪਿਆ, ਕਹਿੰਦਾ ਜਨਮ ਤੋਂ ਹੀ ਮੇਰੇ ਸਿਰ ਉੱਤੇ ਉਸ ਤਰ੍ਹਾਂ ਨਹੀਂ ਫਿਰਿਆ। ਸੋ ਜੇਕਰ ਮੇਰਾ ਸਿਰ ਮੁੰਨ ਦਿੱਤਾ ਜਾਵੇ ਤਾਂ ਮੇਰਾ ਸਾਰਾ ਬਲ ਖਤਮ ਹੋ ਜਾਵੇਗਾ ਅਤੇ ਮੈਂ ਆਮ ਆਦਮੀ ਵਰਗਾ ਬਲਹੀਨ ਹੋ ਜਾਵਾਂਗਾ। ਜਿਹੜਾ ਸ਼ਮਸ਼ੂਨ ਦੀ ਸਭ ਤੋਂ ਵੱਡੀ ਪਾਵਰ ਸੀਗੀ ਉਹ ਦਲੀਲਾ ਉੱਤੇ ਪ੍ਰਗਟ ਕਰਤੀ। ਕਹਿੰਦਾ ਜੇ ਮੇਰੇ ਅੱਜ ਤੱਕ ਸਿਰ ਉੱਤੇ, ਕਹਿੰਦਾ ਮੈਂ ਨਜ਼ੀਰ ਆ ਬਚਪਨ ਤੋਂ, ਪਰਮੇਸ਼ਰ ਦਾ ਮੇਰੇ ਨਾਲ ਵਾਅਦਾ ਆ, ਜੇਕਰ ਮੇਰੇ ਸਿਰ ਉੱਤੇ ਉਸ ਤਰ੍ਹਾਂ ਫਿਰ ਗਿਆ ਮੇਰਾ ਸਾਰਾ ਵੱਲ ਚਲਾ ਜਾਣਾ ਆ। ਪਰਮੇਸ਼ਰ ਨੇ ਮੇਰੇ ਨਾਲ ਵਾਅਦਾ ਕੀਤਾ ਹੋਇਆ। ਕਿਉਂਕਿ ਜਦੋਂ ਸ਼ਮਸ਼ੂਨ ਦੀ ਮਾਤਾ ਨੇ ਪਰਮੇਸ਼ਰ ਦੇ ਕੋਲੋਂ ਪੁੱਤਰ ਮੰਗਿਆ ਸੀਗਾ, ਪਰਮੇਸ਼ਰ ਨੇ ਇੱਕ ਹੀ ਪ੍ਰੋਮਿਸ ਕੀਤਾ ਸੀਗਾ ਕਿ ਇਹਦੇ ਸਿਰ ਉੱਤੇ ਉਸ ਤਰ੍ਹਾਂ ਨਹੀਂ ਲੱਗਣਾ ਚਾਹੀਦਾ, ਇਹਦੇ ਅੰਦਰ ਮੈਂ ਇੰਨੀ ਸਾਮਰਥ ਭਰ ਦੇਵਾਂਗਾ, ਇੰਨਾ ਅਭਿਸ਼ੇਕ ਭਰ ਦੇਵਾਂਗਾ। ਸ਼ਮਸ਼ੂਨ ਇੱਕ ਇਹੋ ਜਿਹਾ ਯੋਧਾ ਸੀਗਾ ਕਿ ਜਦੋਂ ਉਸਨੇ ਕੋਈ ਵੀ ਕੰਮ ਕਰਨਾ ਹੁੰਦਾ ਸੀਗਾ, ਬਾਈਬਲ ਕਹਿੰਦੀ ਆ ਕਿ ਉਸਨੇ ਇੱਕ ਦਿਨ ਦੇ ਵਿੱਚ 200 ਲੂੰਬੜੀਆਂ ਫੜੀਆਂ ਤੇ ਉਹਨਾਂ ਦੀਆਂ ਪੂਛਾਂ ਆਪਸ ਵਿੱਚ ਵੰਡ ਕੇ। ਦੇਖੋ ਅੱਜ ਸਾਨੂੰ ਲੂੰਬੜੀ ਫੜਨੀ ਕਿੰਨੀ ਔਖੀ ਆ, ਹੈ ਨਾ। ਇੱਕ ਕੁੱਤਾ ਵਾਰਾ ਫੜਨਾ ਹੋਵੇ ਉਹ ਕਿੰਨਾ ਔਖਾ ਆ। ਦੇਖੋ 200 ਲੂੰਬੜੀਆਂ ਫੜੀਆਂ, ਉਹਨਾਂ ਦੀਆਂ ਪੂਛਾਂ ਆਪਸ ਵਿੱਚ ਬੰਨੀਆਂ ਤੇ ਉਹਨਾਂ ਦੇ ਵਿੱਚ ਮਸਾਲਾ ਪਾ ਕੇ ਉਹਨੇ ਉਹ ਫਿਲਿਸਤੀਆਂ ਦੀਆਂ ਸਾਰੀਆਂ ਫਸਲਾਂ ਜਾੜ ਦਿੱਤੀਆਂ। ਇੰਨਾ ਪਾਵਰਫੁਲ ਸੀਗਾ, ਹੈ ਨਾ। ਤੋ ਉਹ ਕੰਮ ਕਰ ਦਿੰਦਾ ਸੀਗਾ ਜਿਹੜਾ ਸਧਾਰਨ ਆਮ ਇਨਸਾਨ ਨਹੀਂ ਕਰ ਸਕਦਾ ਸੀਗਾ। ਪਰ ਜਦੋਂ ਦਲੀਲਾ ਉੱਤੇ ਉਸਨੇ ਆਪਣੇ ਇਸ ਭੇਦ ਨੂੰ ਪ੍ਰਗਟ ਕਰ ਦਿੱਤਾ, ਕਹਿੰਦਾ ਜਦੋਂ ਮੇਰੇ ਸਿਰ ਉੱਤੇ, ਕਹਿੰਦਾ ਉਸ ਤਰ੍ਹਾਂ 17 ਆਇਤ ਵਿੱਚ ਕਿਹਾ ਉਸਨੇ, ਕਹਿੰਦਾ ਉਸਨੇ ਆਪਣੇ ਦਿਲ ਦਾ ਭੇਦ ਦਲੀਲਾ ਉੱਤੇ ਪ੍ਰਗਟ ਕੀਤਾ। ਉਸਨੇ ਕਿਹਾ, ਜਨਮ ਤੋਂ ਹੀ ਮੇਰੇ ਸਿਰ ਉੱਤੇ ਉਸ ਤਰ੍ਹਾਂ ਨਹੀਂ ਫਿਰਿਆ, ਸੋ ਜੇਕਰ ਮੇਰੇ ਸਿਰ ਮੁੰਨ ਦਿੱਤਾ ਜਾਵੇ ਤਾਂ ਮੇਰਾ ਸਾਰਾ ਬਲ ਖਤਮ ਹੋ ਜਾਵੇਗਾ ਅਤੇ ਮੈਂ ਆਮ ਆਦਮੀ ਵਾਂਗ ਹੋ ਜਾਵਾਂਗਾ। ਤਾਂ ਦਲੀਲਾ ਜਾਣ ਗਈ ਕਿ ਉਸਨੇ ਸੱਚ ਪ੍ਰਗਟ ਕਰ ਦਿੱਤਾ ਹੈ। ਤਾਂ ਉਸਨੇ ਫਿਲਿਸਤੀਆਂ ਆਗੂਆਂ ਕੋਲ ਸੰਦੇਸ਼ ਘੱਲਿਆ, ਤੁਸੀਂ ਕੇਵਲ ਇੱਕ ਵਾਰ ਵਾਪਸ ਆਓ। ਉਸਨੇ ਮੇਰੇ ਤੇ ਅਸਲ ਸੱਚਾਈ ਪ੍ਰਗਟ ਕਰ ਦਿੱਤੀ ਹੈ। ਉਹ ਸਭ ਆਗੂ ਆਪਣੇ ਨਾਲ ਕਹੇ ਅਨੁਸਾਰ ਪੈਸਾ ਲੈ ਕੇ ਆਏ। ਦਲੀਲਾ ਨੇ ਸ਼ਮਸ਼ੂਨ ਦਾ ਸਿਰ ਗੋਦ ਵਿੱਚ ਰੱਖ ਕੇ ਉਸ ਦੇ ਸਿਰ ਦੇ ਵਾਲਾਂ ਦੀਆਂ 7 ਲਟਾਂ ਕੱਟ ਦਿੱਤੀਆਂ। ਫਿਰ ਉਸਨੇ ਸ਼ਮਸ਼ੂਨ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਦੇਖੋ ਕੀ ਹੋਇਆ, ਉਸਨੇ ਸ਼ਮਸ਼ੂਨ ਨੂੰ ਲਿਆ, ਉਸਨੂੰ ਆਪਣੀ ਗੋਦ ਦੇ ਵਿੱਚ ਲਿਆ, ਉਸਦੇ ਸਾਰਾ ਸਿਰ ਦਾ ਜਿੰਨੇ ਵੀ ਵਾਲ ਕੱਟ ਦਿੱਤੇ ਤੇ ਫਿਰ ਉਸ ਤੋਂ ਬਾਅਦ ਉਸਨੂੰ ਕੀ ਕਰਨਾ ਪਈ, ਟੌਰਚਰ ਕਰਨਾ ਪਈ, ਤੰਗ ਕਰਨਾ ਪਈ।
है ना, तंग करना पई। उसने शमशून ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ, ਪਰ ਉਹ ਕੁਝ ਨਾ ਕਰ ਸਕਿਆ। ਦੇਖੋ ਸ਼ਮਸ਼ੂਨ ਦਾ ਸਾਰਾ ਬਲ ਚਲ ਗਿਆ, ਉਹ ਕੁਝ ਨਾ ਕਰ ਸਕਿਆ ਕਿਉਂਕਿ ਉਸਦਾ ਬਲ ਖਤਮ ਹੋ ਗਿਆ ਸੀ। ਦਲੀਲਾ ਨੇ ਉੱਚੀ ਨਾਲ ਕਿਹਾ, ਸ਼ਮਸ਼ੂਨ, ਫਲਿਸਤੀ ਤੇਰੇ ਉੱਤੇ ਹੱਲਾ ਬੋਲ ਦਿੱਤਾ ਹੈ। ਸ਼ਮਸ਼ੂਨ ਨੇ ਇਹ ਸੋਚਿਆ ਕਿ ਉਹ ਪਹਿਲਾਂ ਦੀ ਤਰ੍ਹਾਂ ਉੱਠ ਕੇ ਆਪਣੇ ਆਪ ਨੂੰ ਸੁਤੰਤਰ ਕਰ ਲਵੇਗਾ, ਕਿ ਮੰਨ ਲਓ ਮੈਂ ਆਜ਼ਾਦ ਕਰ ਲਵਾਂਗਾ ਪਹਿਲਾਂ ਦੀ ਤਰ੍ਹਾਂ। ਉਹ ਇਹ ਕਹਿੰਦਾ ਸ਼ਾਇਦ ਮੇਰੇ ਵਿੱਚ ਵੱਲ ਹੈਗਾ ਆ, ਪਰ ਉੱਠਣ ਕਹਿੰਦਾ ਕੋਸ਼ਿਸ਼ ਕੀਤੀ ਉਸਨੇ ਸੁਤੰਤਰ ਕਰਨ ਦੀ, ਉੱਠਣ ਦੀ ਕੋਸ਼ਿਸ਼ ਕੀਤੀ ਪਰ ਉੱਠ ਨਾ ਸਕਿਆ। ਉਹ ਮੰਜੇ ਤੋਂ ਵੀ ਉੱਠ ਨਾ ਸਕਿਆ। ਉਹਦਾ ਜਦੋਂ ਬਲ ਚਲ ਗਿਆ, ਉਹਦੀ ਸਾਮਰਥ ਚਲ ਗਈ, ਤਾਂ ਸੀਗਾ ਉਹ ਜਾਣਦਾ ਨਹੀਂ ਸੀ। ਅੱਗੇ ਲਿਖਿਆ ਵਾ, ਉਹ ਜਾਣਦਾ ਨਹੀਂ ਸੀ ਕਿ ਪ੍ਰਭੂ ਉਸ ਨੂੰ ਛੱਡ ਦਿੱਤਾ ਹੈ, ਕਿ ਯਹੋਵਾ ਨੇ ਉਹਨੂੰ ਛੱਡ ਦਿੱਤਾ ਹੈ। ਜਦੋਂ ਉਸਦੇ ਬਾਲ ਸਿਰ ਉੱਤੋਂ ਕੱਟ ਦਿੱਤੇ ਗਏ, ਯਹੋਵਾ ਉਸ ਤੋਂ ਚਲਾ ਗਿਆ, ਯਹੋਵਾ ਨੇ ਉਸ ਨੂੰ ਛੱਡ ਦਿੱਤਾ। ਤਦ ਕੀ ਹੋਇਆ? ਫਿਰ ਫਿਲਿਸਤੀਨੀਆਂ ਨੇ ਉਸ ਨੂੰ ਫੜ ਲਿਆ ਤੇ ਉਸ ਦੀਆਂ ਅੱਖਾਂ ਕੱਢ ਦਿੱਤੀਆਂ, ਉਸ ਨੂੰ ਕੈਦੀ ਬਣਾ ਲਿਆ। ਹਾਲੇਲੂਇਆ। ਫਿਲਿਸਤੀਆਂ ਨੇ ਉਸਦੀਆਂ ਅੱਖਾਂ ਕੱਢ ਦਿੱਤੀਆਂ ਤੇ ਉਹ ਉਸਦੀਆਂ ਜਿਸ ਦੀ ਅੱਖ ਤੱਕ ਪਹੁੰਚ ਵੀ ਨਹੀਂ ਸਕਦੇ ਸੀਗੇ, ਉਹ ਪਹੁੰਚ ਗਏ ਫਿਲਿਸਤੀ। ਸ਼ੈਤਾਨ ਸਾਡੀ ਕਮਜ਼ੋਰੀ ਨੂੰ ਫੜ ਕੇ ਸਾਡੀ ਤਾਕਤ ਨੂੰ ਖਤਮ ਕਰ ਦਿੰਦਾ ਆ। ਅਗਰ ਅੱਜ ਸਾਡੀ ਕਮਜ਼ੋਰੀ ਕੋਈ ਵੀ ਆ, ਉਹ ਸਾਡੀ ਤਾਕਤ ਨੂੰ ਖਤਮ ਕਰ ਸਕਦੀ ਆ। ਪਰਮੇਸ਼ਰ ਸਾਨੂੰ ਖਤਮ ਨਹੀਂ ਹੋਣ ਦੇਣਾ ਚਾਹੁੰਦਾ। ਕਈ ਵਾਰ ਕੀ ਹੁੰਦੇ ਆ, ਸਾਡੀ ਸ਼ੈਤਾਨ ਉੱਥੇ ਅਟੈਕ ਕਰਦਾ ਆ। ਸ਼ੈਤਾਨ ਸਾਡੀ ਕਮਜ਼ੋਰੀ ਨਹੀਂ ਜਾਣਦਾ, ਉਹ ਸਾਡੀ ਕਮਜ਼ੋਰੀ ਉੱਤੇ ਅਟੈਕ ਕਰਦਾ ਆ। ਉਹ ਸਾਡੀ ਤਾਕਤ ਦੇ ਨਾਲ ਨਹੀਂ ਸ਼ੈਤਾਨ ਲੜ ਸਕਦਾ। ਅਗਰ ਸ਼ੈਤਾਨ ਨੇ ਮੇਰੇ ਨਾਲ ਲੜਨਾ ਹੋਵੇ, ਉਹ ਮੇਰੀ ਤਾਕਤ ਦੇ ਨਾਲ ਹੀ ਮੇਰੀ ਕਮਜ਼ੋਰੀ ਉੱਤੇ ਅਟੈਕ ਕਰੇਗਾ। ਜੋ ਮੇਰੀ ਕਮਜ਼ੋਰੀ ਆ, ਉਸ ਚੀਜ਼ ਨੂੰ ਮੇਰੇ ਅੱਗੇ ਲੈ ਕੇ ਆਏਗਾ ਤੇ ਮੇਰੀ ਕਮਜ਼ੋਰੀ ਦੇ ਦੁਆਰਾ ਉਹ ਮੇਰੀ ਵੱਡੀ ਪਾਵਰ ਨੂੰ, ਮੇਰੀ ਵੱਡੀ ਸਾਮਰਥ ਨੂੰ, ਮੇਰੀ ਰਿਸ਼ਤਿਆਂ ਨੂੰ ਉਹ ਖਰਾਬ ਕਰ ਸਕਦਾ ਹੈ। ਹਾਲੇਲੂਇਆ। ਤੇ ਸਾਨੂੰ ਜਿਸ ਤਰ੍ਹਾਂ ਸ਼ਮਸ਼ੂਨ ਦਾ ਉਹ ਤਾਕਤ ਜਿਹੜੀ ਆ ਅੰਦਰ ਸੀਗੀ, ਉਹਦੇ ਬਾਲਾਂ ਦੇ ਵਿੱਚ ਸੀਗੀ, ਪਰਮੇਸ਼ਰ ਦਾ ਵਚਨ ਦੇ ਦੁਆਰਾ ਉਸਦੇ ਅੰਦਰ ਸਾਮਰਥ ਉਹ ਠਹਿਰੀ ਹੋਈ ਸੀਗੀ। ਜਦੋਂ ਉਹ ਵਾਲ ਚਲੇ ਗਏ ਤਾਂ ਫਿਲਿਸਤੀਆਂ ਨੇ ਉਸਨੂੰ ਮਾਰ ਦਿੱਤਾ, ਉਸਨੂੰ ਅੰਨਾ ਕਰ ਦਿੱਤਾ, ਉਹਨੂੰ ਕੈਦੀ ਬਣਾ ਲਿਆ। ਕੋਈ ਵੀ ਉਹਨੂੰ ਕੈਦੀ ਨਹੀਂ ਕਰ ਸਕਦਾ ਸੀਗਾ। ਉਸਦੇ ਅੰਦਰ ਇੰਨੀ ਪਾਵਰ ਸੀ। ਅਗਰ ਇਸ ਕਹਾਣੀ ਨੂੰ ਅਸੀਂ ਸਟੋਰੀ ਨੂੰ ਡਿਟੇਲ ਦੇ ਵਿੱਚ ਪੜ੍ਹਦੇ ਹਾਂ ਤਾਂ ਲਿਖਿਆ ਵਾ, ਉਹ ਇੱਕ ਖੋਤੇ ਦੀ ਜਵਿਆੜੀ ਦੀ ਹੱਡੀ ਦੇ ਨਾਲ ਉਸਨੇ ਹਜ਼ਾਰਾਂ ਬੰਦੇ ਮਾਰ ਦਿੱਤੇ ਸੀਗੇ, ਹਜ਼ਾਰਾਂ, ਇਕੱਲੇ ਨੇ। ਇੰਨਾ ਪਾਵਰਫੁਲ ਸੀਗਾ ਕਿਉਂਕਿ ਜਦੋਂ ਪਰਮੇਸ਼ਰ ਦਾ ਆਤਮਾ ਸ਼ਮਸ਼ੂਨ ਦੇ ਵਿੱਚ ਸੀਗਾ, ਪਰਮੇਸ਼ਰ ਦਾ ਵਚਨ ਦੇ ਅਨੁਸਾਰ ਉਹਨੇ ਕਦੇ ਵੀ ਆਪਣੇ ਸਿਰ ਉੱਤੇ ਉਸ ਤਰ੍ਹਾਂ ਨਹੀਂ ਲਵਾਇਆ ਸੀਗਾ। ਸਿਰਫ ਇੱਕ ਔਰਤ ਦੇ ਕਾਰਨ, ਉਸਦੀ ਕਮਜ਼ੋਰੀ ਸੀਗੀ ਔਰਤ, ਤੇ ਉਸ ਔਰਤ ਦੁਆਰਾ ਉਸਨੇ ਆਪਣੇ ਵੱਡੇ ਬਲ ਨੂੰ, ਵੱਡੀ ਸਾਮਰਥ ਨੂੰ ਗਵਾ ਦਿੱਤਾ। ਅੱਜ ਵੀ ਸਾਡੇ ਅੰਦਰ, ਅੱਜ ਵੀ ਮਸੀਹਾਂ ਦੇ ਅੰਦਰ ਬਹੁਤ ਸਾਰੀਆਂ ਕਮੀਆਂ ਪਾਈਆਂ ਜਾਂਦੀਆਂ। ਚਾਹੇ ਉਹ ਕਮੀ ਝੂਠ ਬੋਲਣ ਦੀ ਆ, ਚਾਹੇ ਕੁੜਕੜਾਹਟ ਦੀ ਕਮੀ ਆ। ਬਹੁਤ ਸਾਰੇ ਲੋਕ ਆਪਣੇ ਪਾਸਟਰਾਂ ਦੇ ਖਿਲਾਫ, ਆਪਣੇ ਸੇਵਕਾਂ ਦੇ ਖਿਲਾਫ ਕੁੜਕੜਾਉਂਦੇ ਜਾਂਦੇ ਆ। ਉਹ ਕੁੜਕੜਾਹਟ ਕੀ ਕਰਦੀ ਆ? ਉਹ ਕੁੜਕੜਾਹਟ ਸਾਡੀ ਆਸ਼ੀਸ਼ ਨੂੰ ਰੋਕ ਦਿੰਦੀ ਆ। ਉਹ ਸਾਡੀ ਜੋ ਸਾਨੂੰ ਪਰਮੇਸ਼ਰ ਦੇ ਕੋਲੋਂ ਆਸ਼ੀਸ਼ ਮਿਲਣੀ ਹੁੰਦੀ ਆ, ਉਹ ਕੁੜਕੜਾਹਟ ਦੇ ਦੁਆਰਾ ਰੁਕ ਜਾਂਦੀ ਆ। ਅਸੀਂ ਝੂਠ ਬੋਲਦੇ ਹਾਂ, ਉਸ ਝੂਠ ਦੇ ਦੁਆਰਾ ਬਹੁਤ ਸਾਡੀਆਂ ਆਸ਼ੀਸ਼ਾਂ ਰੁਕ ਜਾਂਦੀਆਂ। ਅਸੀਂ ਪੈਸੇ ਦੇ ਵਿੱਚ ਹੇਰਾਫੇਰੀ ਕਰਦੇ ਹਾਂ, ਉਸ ਪੈਸੇ ਦੇ ਹੇਰਾਫੇਰੀ ਕਰਨ ਦੇ ਵਿੱਚ ਬਹੁਤ ਸਾਡੀਆਂ ਆਸ਼ੀਸ਼ਾਂ ਰੁਕ ਜਾਂਦੀਆਂ। ਸਾਡੀਆਂ ਪ੍ਰਾਰਥਨਾਵਾਂ ਨਹੀਂ ਸੁਣੀਆਂ ਜਾਂਦੀਆਂ। ਕਿਉਂ? ਕਿਉਂਕਿ ਸਾਡੇ ਅੰਦਰ ਉਹ ਜਿਹੜੀਆਂ ਕਮੀ ਆ, ਉਹ ਸ਼ੈਤਾਨ, ਉਹ ਸਾਡੀ, ਅਗਰ ਸ਼ੈਤਾਨ ਸੁੰਘ ਲੈਂਦਾ ਆ, ਉਹ ਦੇਖਦਾ ਹੈ ਕਿ ਇੱਕ ਇਨਸਾਨ ਦੇ ਅੰਦਰ ਕਿਹੜਾ ਡਰ ਹੈ, ਇਹ ਕਿਹੜੀ ਚੀਜ਼ ਤੋਂ ਡਰਦਾ ਆ, ਇਸ ਨੂੰ ਮੈਂ ਕਿੱਦਾਂ ਮਾਰ ਮੁਕਾਵਾਂਗਾ। ਉਹ ਸਾਡੀ ਕਮਜ਼ੋਰੀ ਨੂੰ ਫੜਦਾ। ਸ਼ੈਤਾਨ ਸਾਡੀ, ਜਿਸ ਤਰ੍ਹਾਂ ਫਿਲਿਸਤੀਆਂ ਨੇ ਸ਼ਮਸ਼ੂਨ ਦੀ ਉਹ ਜਿਹੜੀ ਕਮਜ਼ੋਰੀ ਸੀ, ਕੀ ਸੀ ਕਮਜ਼ੋਰੀ? ਔਰਤ। ਫਿਲਿਸਤੀ ਔਰਤ ਦੇ ਕੋਲ ਗਏ, ਔਰਤ ਦੇ ਦੁਆਰਾ ਉਹਦੀ ਵੱਡੀ ਤਾਕਤ ਨੂੰ ਖਤਮ ਕੀਤਾ। ਇਸ ਤਰ੍ਹਾਂ ਸ਼ੈਤਾਨ ਵੀ ਆ, ਉਹ ਸਾਡੀ ਕਮਜ਼ੋਰੀ ਦੇ ਕੋਲ ਆਉਂਦਾ, ਕਮਜ਼ੋਰੀ ਦੇ ਦੁਆਰਾ ਸਾਡੀ ਵੱਡੀ ਤਾਕਤ ਨੂੰ, ਵੱਡੀ ਸਾਮਰਥ ਨੂੰ ਉਹ ਖਤਮ ਕਰਦਾ ਹੈ। ਹਾਲੇਲੂਇਆ। ਜਦੋਂ ਇਸਰਾਏਲੀ ਮਿਸਰ ਦੀ ਗੁਲਾਮੀ ਦੇ ਵਿੱਚੋਂ ਨਿਕਲੇ, ਉਹ ਮੂਸਾ ਦੇ ਵਿਰੁੱਧ ਕੁੜਕੜਾਉਣ ਆਪੇ। ਜਦੋਂ ਕੁੜਕੜਾਏ, ਉਹ ਮਾਰੇ ਗਏ। ਕਿਉਂ? ਕਿਉਂਕਿ ਉਹਨਾਂ ਦੇ ਅੰਦਰ ਸੀ, ਕੁੜਕੜਾਉਣ ਲੱਗ ਪੈਂਦੇ ਤੇ ਉਹ ਹਰ ਵਾਰੀ ਕੁੜਕੜਾਉਣ ਲੱਗ ਪੈਂਦੇ ਸੀਗੇ। ਉਹ ਉਹਨਾਂ ਦੇ ਕੁੜਕੜਾਉਣ ਦੇ ਦੁਆਰਾ ਉਹ ਵਾਅਦਾ ਕੀਤੀ ਹੋਈ ਧਰਤੀ ਉੱਤੇ, ਕਨਾਨ ਸ਼ਹਿਰ ਦੇ ਵਿੱਚ ਪਹੁੰਚ ਨਹੀਂ ਸਕੇ। ਉਹ ਰਸਤੇ ਦੇ ਵਿੱਚ ਖਤਮ ਹੋ ਗਏ ਕਿਉਂਕਿ ਉਹਨਾਂ ਦੇ ਅੰਦਰ ਕਮੀ ਸੀ ਕੁੜਕੜਾਹਟ ਦੀ। ਉਹ ਕੁੜਕੜਾਹਟ ਦੀ ਕਮੀ ਉਹਨਾਂ ਦੀ ਮੌਤ ਤੱਕ ਪਹੁੰਚਾ ਗਈ। ਸਾਡੇ ਅੰਦਰ ਬਹੁਤ ਸਾਰੀਆਂ ਕਮੀਆਂ ਆ, ਉਹ ਕਮੀਆਂ, ਸ਼ੈਤਾਨ ਉਸ ਕਮੀਆਂ ਦੇ ਦੁਆਰਾ ਸਾਨੂੰ ਮੌਤ ਦੇ ਵੱਲ ਲੈ ਕੇ ਜਾਣਾ ਚਾਹੁੰਦਾ ਆ। ਚਾਹੇ ਸਾਡੇ ਅੰਦਰ ਗੁੱਸੇ ਦੀ ਕਮੀ ਆ, ਚਾਹੇ ਸਾਡੇ ਅੰਦਰ ਕੋਈ ਵੀ ਹੋ ਸਕਦਾ। ਔਰਤ ਦੀ, ਬਹੁਤ ਸਾਰੇ ਭੈਣ ਭਰਾਵਾਂ ਦੇ ਵਿੱਚ ਔਰਤ ਦੀ, ਮਰਦ ਦੀ ਸੈਕਸ਼ੂਅਲ ਕਮਜ਼ੋਰੀਆਂ ਹੁੰਦੀਆਂ ਆ, ਜਾਂ ਫਿਰ ਬਹੁਤ ਸਾਰਿਆਂ ਦੇ ਅੰਦਰ ਪੈਸੇ ਦਾ ਲਾਲਚ ਹੁੰਦਾ ਆ। ਇੱਕ ਮੈਂ ਮਸੀਹ ਭਾਈ ਨੂੰ ਇੱਕ ਵਾਰੀ ਮੈਨੂੰ ਮਿਲਿਆ, ਉਹ ਕਹਿੰਦਾ
ਕਹਿੰਦਾ ਜੀ ਮੈਨੂੰ ਇੱਦਾਂ ਇੱਦਾਂ ਪੈਸਿਆਂ ਦੀ ਜ਼ਰੂਰਤ ਸੀ ਅਤੇ ਮੈਂ ਇਸ ਪੈਸੇ ਦੇ ਜਾਲ ਦੇ ਵਿੱਚ ਫਸ ਗਿਆ ਅਤੇ ਉਹ ਮੈਂ ਇੱਕ ਨਸ਼ਾ ਵੇਚ ਦਿੱਤਾ ਉਸਨੇ। ਅਤੇ ਉਹ ਫੜਿਆ ਗਿਆ, ਉਸਨੂੰ ਜੇਲ੍ਹ ਹੋ ਗਈ, ਮਤਲਬ ਸਜ਼ਾ ਹੋ ਗਈ। ਅਤੇ ਉਸਨੇ ਮੈਨੂੰ ਕਿਹਾ ਕਿ ਮੇਰੇ ਲਈ ਦੁਆ ਕਰੋ। ਮੈਂ ਕਿਹਾ ਤੂੰ ਇਹ ਕੰਮ ਕਿਉਂ ਕੀਤਾ? ਕਹਿੰਦਾ ਮੈਨੂੰ ਪੈਸੇ ਦੀ ਜ਼ਰੂਰਤ ਸੀ, ਮੇਰੇ ਅੰਦਰ ਇਹ ਕਮੀ ਹੈ ਕਿ ਮੈਂ ਪੈਸੇ ਦਾ ਲਾਲਚ ਕਰ ਜਾਂਦਾ ਹਾਂ। ਦੇਖੋ ਸ਼ੈਤਾਨ ਨੇ ਉਸ ਭਾਈ ਨੂੰ ਵੀ ਫੜਿਆ ਪੈਸੇ ਦੇ ਦੁਆਰਾ। ਅੱਜ ਬਹੁਤ ਵਾਰੀ ਸ਼ੈਤਾਨ ਅਟੈਕ ਕਰਦਾ ਆ ਮੇਰੀ ਕਮੀ ਦੇ ਦੁਆਰਾ, ਮੇਰੀ ਤਾਕਤ ਨੂੰ ਖਤਮ ਕਰਨਾ ਚਾਹੁੰਦਾ ਆ, ਪਰ ਪਰਮੇਸ਼ਰ ਸਾਨੂੰ ਬਚਾਉਂਦਾ ਆ। ਹਾਲੇਲੂਇਆ। ਪਰਮੇਸ਼ਰ ਸਾਨੂੰ ਬਚਾਉਂਦਾ ਆ। ਆਪਣੀਆਂ ਜਿਹੜੀਆਂ ਸਾਡੀਆਂ ਕਮੀਆਂ ਆ, ਸਾਡੇ ਅੰਦਰ ਕੋਈ ਵੀ ਕਮੀ ਹੋ ਸਕਦੀ ਹੈ, ਉਸ ਕਮੀ ਨੂੰ ਪਰਮੇਸ਼ਰ ਦੇ ਹੱਥ ਵਿੱਚ ਸੌਂਪੀਏ, ਪਰਮੇਸ਼ਰ ਦੇ ਹੱਥਾਂ ਦੇ ਵਿੱਚ ਦਈਏ। ਜਦੋਂ ਅਸੀਂ ਉਸ ਪਰਮੇਸ਼ਰ ਦੇ ਹੱਥਾਂ ਦੇ ਵਿੱਚ ਦੇਵਾਂਗੇ, ਪਰਮੇਸ਼ਰ ਸਾਨੂੰ, ਜਦੋਂ ਵੀ ਸ਼ੈਤਾਨ ਸਾਡੀ ਉਸ ਕਮਜ਼ੋਰੀ 'ਤੇ ਅਟੈਕ ਕਰੇਗਾ, ਪਰਮੇਸ਼ਰ ਸਾਨੂੰ ਸੰਭਾਲੇਗਾ, ਸਾਡੀ ਅਗਵਾਈ ਕਰੇਗਾ। ਪਰਮੇਸ਼ਰ ਦਾ ਵਚਨ ਕਹਿੰਦਾ ਧਰਮੀ ਚਾਹੇ 7 ਵਾਰ ਡਿੱਗ ਜਾਏ ਫਿਰ ਵੀ ਮੈਂ ਉਸ ਨੂੰ ਖੜਾ ਕਰ ਦੇਵਾਂਗਾ। ਹਾਲੇਲੂਇਆ। ਪਰਮੇਸ਼ਰ ਤੁਹਾਨੂੰ ਡਿੱਗਣ ਨਹੀਂ ਦੇਵੇਗਾ, ਖੜਾ ਕਰੇਗਾ। ਹਾਲੇਲੂਇਆ। ਕਿਉਂਕਿ ਜਿਹੜੀ ਸਾਮਰਥ ਹੈ ਉਹ ਪਰਮੇਸ਼ਰ ਦੇ ਵਚਨ ਦੇ ਵਿੱਚ ਹੈ। ਪਰਮੇਸ਼ਰ ਨੇ ਜੋ ਆਪਣੇ ਮੁਖ ਦੇ ਵਿੱਚੋਂ ਕਹਿ ਦਿੱਤਾ ਹੈ। ਸ਼ੈਤਾਨ ਚਾਹੁੰਦਾ ਹੈ ਕਿ ਸਾਡੇ ਪਰਮੇਸ਼ਰ ਦੇ ਨਾਲ ਰਿਸ਼ਤਾ ਖਰਾਬ ਹੋਵੇ। ਅੱਜ ਸ਼ੈਤਾਨ ਜਿਹੜੇ ਆਤਮਿਕ ਲੋਕ ਹੈ, ਮਸੀਹੀ ਲੋਕ ਹੈ, ਮਸੀਹੀ ਲੋਕਾਂ ਦੀ ਕਮਜ਼ੋਰੀ ਨੂੰ ਫੜਦਾ ਆ। ਮਸੀਹੀ ਲੋਕਾਂ ਨੂੰ ਕਿਉਂ ਆਪਸ ਵਿੱਚ ਲੜਾ ਰਿਹਾ ਆ? ਅੱਜ ਮਸੀਹਾਂ ਨੂੰ ਮਸੀਹਾਂ ਦੇ ਨਾਲ ਕਿਉਂ ਲੜਾ ਰਿਹਾ? ਕਿ ਇਹ ਨਾਸ਼ ਹੋਣ, ਇਹ ਖਤਮ ਹੋਣ। ਅੱਜ ਉਹ ਕਮਜ਼ੋਰੀ ਉੱਤੇ ਅਟੈਕ ਕਰ ਰਿਹਾ, ਕਮਜ਼ੋਰੀ ਉੱਤੇ ਅਟੈਕ ਕਰਕੇ ਉਹ ਸਾਡੀ ਵੱਡੀ ਤਾਕਤ ਨੂੰ ਖਤਮ ਕਰ ਰਿਹਾ। ਹਾਲੇਲੂਇਆ। ਸਾਨੂੰ ਆਪਣੀ ਵੱਡੀ, ਅਗਰ ਸਾਡੇ ਵਿੱਚ ਬੜੀ ਤਾਕਤ ਹੈ, ਕਿਸੇ ਵਿਸ਼ੇ ਦੇ ਵਿੱਚ ਅਸੀਂ ਸਟਰੋਂਗ ਆ, ਸਾਨੂੰ ਉੱਥੇ ਕੰਮ ਕਰਨ ਦੀ ਲੋੜ ਨਹੀਂ। ਅੱਜ ਸਾਨੂੰ ਆਪਣੀ ਕਮੀ ਉੱਤੇ ਕੰਮ ਕਰਨ ਦੀ ਲੋੜ ਹੈ ਕਿ ਅਸੀਂ ਉਸ ਕਮੀ ਦੇ ਵਿੱਚੋਂ ਪਾਰ ਨਿਕਲ ਜਾਈਏ। ਹਾਲੇਲੂਇਆ। ਪੌਲਸ ਤਾਂ ਹੀ ਕਹਿੰਦਾ ਆ, ਪੌਲਸ ਆਪਣੇ ਵਚਨ ਦੇ ਵਿੱਚ ਕਹਿੰਦਾ ਆ, ਆਪਣੀ ਪੱਤਰੀ ਦੇ ਵਿੱਚ ਕਹਿੰਦਾ ਜਿਹੜਾ ਕੰਮ ਮੈਂ ਕਰਨਾ ਨਹੀਂ ਚਾਹੁੰਦਾ ਉਹ ਮੇਰੇ ਤੋਂ ਹੋ ਜਾਂਦਾ ਆ, ਤੇ ਜਿਹੜਾ ਮੈਂ ਕਰਨਾ ਚਾਹੁੰਦਾ ਆ ਉਹ ਹੁੰਦਾ ਨਹੀਂ ਹੈਗਾ। ਕਹਿਣ ਦਾ ਮਤਲਬ, ਕਹਿੰਦਾ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਮੈਂ ਚੱਲਣਾ ਚਾਹੁੰਦਾ ਹਾਂ, ਬਹੁਤ ਸਾਰੀਆਂ ਗੱਲਾਂ ਮੇਰੇ ਤੇ ਹੋ ਨਹੀਂ ਰਹੀਆਂ, ਪਰਮੇਸ਼ਰ ਦੇ ਵਚਨ ਦੇ ਅਨੁਸਾਰ ਚੱਲ ਨਹੀਂ ਹੋ ਰਿਹਾ, ਕਿ ਬਹੁਤ ਸਾਰੀਆਂ ਮੇਰੇ ਅੰਦਰ ਕਮੀਆਂ ਆ। ਕਹਿੰਦਾ ਮੈਂ ਜਿਹੜੇ ਕੰਮ ਨੂੰ, ਜਿਹੜੀ ਬੁਰਾਈ ਨੂੰ, ਜਿਹੜੇ ਪਾਪ ਨੂੰ ਮੈਂ ਨਹੀਂ ਕਰਨਾ ਚਾਹੁੰਦਾ ਉਹ ਮੇਰੇ ਤੇ ਹੋ ਜਾਂਦਾ ਆ। ਪੌਲਸ ਕਹਿੰਦਾ ਆ। ਹਾਲੇਲੂਇਆ। ਅਤੇ ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੇ ਕੰਮ ਅਸੀਂ ਨਹੀਂ ਕਰਨਾ ਚਾਹੁੰਦੇ, ਕਿਸੇ ਨਾਲ ਲੜਾਈ ਝਗੜਾ ਨਹੀਂ ਕਰਨਾ ਚਾਹੁੰਦੇ, ਜਾਂ ਕਿਸੇ ਨਾਲ ਕੁਛ ਬੁਰਾ ਨਹੀਂ ਬੋਲਣਾ ਚਾਹੁੰਦੇ, ਪਰ ਬੋਲ ਹੋ ਜਾਂਦਾ ਹੈ। ਪੌਲਸ ਨਾਲ ਵੀ ਇੱਦਾਂ ਹੁੰਦਾ ਸੀਗਾ। ਪੌਲਸ ਕਹਿੰਦਾ ਮੈਂ 3 ਵਾਰੀ ਪ੍ਰਾਰਥਨਾ ਕੀਤੀ, ਪ੍ਰਭੂ ਇਹ ਜਿਹੜਾ ਕੰਡਾ ਹੈ ਸ਼ੈਤਾਨ ਨੇ ਮੇਰੀ ਜ਼ਿੰਦਗੀ 'ਚ ਚੁੱਭਿਆ ਹੋਇਆ, ਇਸ ਨੂੰ ਦੂਰ ਕਰ। ਪਰ ਪਰਮੇਸ਼ਰ ਕਹਿੰਦਾ ਮੇਰਾ ਅਨੁਗ੍ਰਹ ਤੇਰੇ ਲਈ ਕਾਫੀ ਹੈ। ਹਾਲੇਲੂਇਆ। ਪਰਮੇਸ਼ਰ ਸਾਡੀ ਸਹਾਇਤਾ ਕਰਦਾ, ਸਾਡੀ ਕਮਜ਼ੋਰੀ ਦੇ ਉੱਤੇ ਪਰਮੇਸ਼ਰ ਕੀ ਕਰਦਾ ਆ, ਸਾਨੂੰ ਉਸ ਚੀਜ਼ ਦੇ ਵਿੱਚ ਪਰਮੇਸ਼ਰ ਸਾਨੂੰ ਸਮਝ ਦਿੰਦਾ ਆ, ਸਾਨੂੰ ਉਸ ਘਟਨਾ ਦੇ ਵਿੱਚੋਂ ਬਚਾਉਣ ਤੋਂ, ਸਾਨੂੰ ਡਿੱਗਣ ਤੋਂ ਬਚਾਉਣ ਦੇ ਲਈ ਸਾਡੀ ਰੱਖਿਆ ਕਰਦਾ ਆ। ਪਰਮੇਸ਼ਰ ਸਾਡੀ ਕਮਜ਼ੋਰੀ ਦੇ ਵਿੱਚ ਆ ਕੇ ਸਾਡੀ ਤਾਕਤ ਬਣਦਾ ਆ। ਹਾਲੇਲੂਇਆ। ਪਰਮੇਸ਼ਰ ਸਾਨੂੰ ਬਚਾਉਂਦਾ ਆ ਕਿ ਅਸੀਂ ਨਾ ਡਿੱਗੀਏ, ਅਸੀਂ ਪਾਪ ਦੇ ਵਿੱਚ ਨਾ ਗਰਕ ਹੋਈਏ, ਕਿਉਂਕਿ ਸ਼ੈਤਾਨ ਦਾ ਇਹੀ ਮਕਸਦ ਹੈ। ਅਗਰ ਅੱਜ ਸ਼ੈਤਾਨ ਪੂਰੀ ਮਾਨਵ ਜਾਤੀ ਨੂੰ ਕੀ ਕਰ ਰਿਹਾ ਆ? ਭਰਮਾ ਰਿਹਾ ਆ। ਉਸਨੇ ਆਦਮ ਨੂੰ ਵੀ ਭਰਮਾਇਆ, ਹਵਾ ਨੂੰ ਵੀ ਭਰਮਾਇਆ, ਦੇਖਣ ਦੇ ਦੁਆਰਾ। ਜਦੋਂ ਉਹਨੇ ਦੇਖਿਆ, ਸੋਚਿਆ ਫਲ ਸੁੰਦਰ ਹੈ, ਉਹਨੇ ਖਾ ਲਿਆ, ਪਾਪ ਕਰ ਲਿਆ। ਅੱਜ ਜਿਹੜਾ ਸ਼ੈਤਾਨ ਉਹ ਕਮਜ਼ੋਰੀ ਨੂੰ ਫੜਦਾ ਆ, ਕਿ ਕਮਜ਼ੋਰੀ ਕੀ ਆ। ਅੱਜ ਬਹੁਤ ਸਾਰੇ ਇਨਸਾਨਾਂ ਦੀ ਕਮਜ਼ੋਰੀ ਇਹ ਆ ਕਿ ਜਦੋਂ ਕੋਈ ਵੀ ਇਨਸਾਨ ਉਹਨਾਂ ਕੋਲ ਆਉਂਦਾ ਹੈ, 2-4 ਪਿਆਰ ਨਾਲ ਗੱਲਾਂ ਕਰਦਾ ਹੈ, ਮਿੱਠੀਆਂ ਮੁੱਠੀਆਂ ਝੂਠ ਠੱਠ ਬੋਲ ਕੇ ਉਹ ਫਸ ਜਾਂਦੇ ਆ, ਉਹਨਾਂ ਦੇ ਚੱਕਰਾਂ ਦੇ ਵਿੱਚ ਆ ਜਾਂਦੇ ਆ। ਅੱਜ ਫਰਾਡਿੰਗ ਕਿੱਦਾਂ ਹੁੰਦੀ ਆ? ਅੱਜ ਕੱਲ੍ਹ ਲਾਲਚ ਦੇ ਕੇ। ਅੱਜ ਬਹੁਤ ਸਾਰੇ ਫੋਨ ਕਾਲਸ ਆਉਂਦੇ ਆ ਅਤੇ ਕਿ ਜੀ ਤੁਹਾਡੀ ਲੋਟਰੀ ਲੱਗੀ ਆ, ਤੁਹਾਡੇ ਇੰਨੇ ਪੈਸੇ ਆਏ ਆ, ਤੁਸੀਂ ਇੰਨੇ ਪੈਸੇ ਅਕਾਊਂਟ ਦੇ ਵਿੱਚ ਪਾਓ, ਤੁਹਾਨੂੰ ਇੰਨੇ ਪੈਸੇ ਮਿਲ ਜਾਣੇ ਆ। ਅਤੇ ਉਹ ਕੀ ਕੀਤਾ? ਉਹ ਫਰੋਡ ਕਰਦੇ ਆ, ਝੂਠ ਬੋਲ ਕੇ, ਹੈ ਨਾ। ਇੱਦਾਂ ਹੀ ਹੈ ਸ਼ੈਤਾਨ, ਜਿਹੜਾ ਝੂਠ ਬੋਲ ਕੇ ਸਾਨੂੰ ਫਸਾਉਂਦਾ ਆ, ਉਹ ਫਰੋਡ ਕਰਦਾ ਹੈ, ਉਹ ਸਭ ਨਾਲੋਂ ਵੱਡਾ ਫਰੋਡੀਆ ਆ। ਉਹ ਸਾਡੀ ਕਮਜ਼ੋਰੀ ਨੂੰ ਫੜ ਕੇ ਸਾਡੀ ਵੱਡੀ ਤਾਕਤ ਨੂੰ ਖਤਮ ਕਰਨਾ ਚਾਹੁੰਦਾ ਹੈ। ਹਾਲੇਲੂਇਆ। ਪਰਮੇਸ਼ਰ ਇਸ ਤੁਹਾਨੂੰ ਛੋਟੇ ਜਿਹੇ ਮੈਸੇਜ ਉੱਤੇ ਆਸ਼ੀਸ਼ ਦੇਵੇ। ਆਓ ਅਸੀਂ ਪ੍ਰਾਰਥਨਾ ਕਰਾਂਗੇ। हे महान पिता परमेश्वर, मैं प्रार्थना करदा खुदावंद खुदा, जिन्ने भी सुनने वाले हैं मेरे पिता परमेश्वर, इस वचन को सुनणगे पिता परमेश्वर, उन्हां उत्ते तेरा अनुग्रह चाहे, उन्हां दे अंदर जिन्नियां भी कमियां पिता परमेश्वर, उन्हां कमियां दे विच उन्हां नूं कढ पिता परमेश्वर। मैं अपनियां कमियां भी तेरे अगे रखदा हां पिता परमेश्वर। पूरी जिन्ने भी इस मैसेज नूं सुनन, उन्हां दियां कमियां पिता परमेश्वर तेरे हत्थां दे विच है पिता परमेश्वर। उन्हां कमियां दे विच उन्हां नूं संभाल, उन्हां दियां कमियां अंदरों जाण यीशु मसीह दे नाम दे विच। हर बीमारी तो, हर रोग तो, हर अंधकार दी शक्ति तो शिफा पाने यीशु मसीह दे नाम दे विच। आमीन, आमीन, आमीन। सारे जय मसीह दी। गॉड ब्लेस यू।